ਕੀ ਲੱਗਦਾ ਤੁਹਾਨੂੰ ਵੀ ਕਿਤੇ ਨਾ ਕਿਤੇ ਜਿਹੜਾ ਮਰਦ ਹੈ ਉਹ ਵੀ ਬਹੁਤ ਕੁਝ ਸਹਿਣ ਕਰਦਾ ਹੈ, ਕਿਤੇ ਨਾ ਕਿਤੇ ਮਰਦ ਹੈ ਉਹ ਵੀ ਡੋਮੈਸਟਿਕ ਵਾਇਲੈਂਸ ਦਾ ਸ਼ਿਕਾਰ ਹੁੰਦਾ ਹੈ, ਮਰਦ ਨੂੰ ਵੀ ਬਹੁਤ ਕੁਝ ਸਹਿਣਾ ਪੈਂਦਾ, ਕੀ ਇਹ ਗੱਲ ਵਾਕਈ ਸੱਚ ਹੈ? 100% आपकी बात से मैं 100% आपकी बात से सहमत हूँ। श्योर श्योर। ਮੇਰੀ ਸਾਡੀ ਦਾਦੀ ਖੇਤਾਂ ਤੋਂ ਲੈ ਕੇ ਉੱਥੇ ਵੀ ਕੰਮ ਕਰਦੀਆਂ ਸੀ, ਉਹ ਵੀ ਔਰਤਾਂ ਸੀ। ਵਿਦਆਊਟ them there was nothing that was possible। ਟਰੂ ਕਿ ਨਹੀਂ? ਤੇ ਅੱਜ ਵੀ ਔਰਤਾਂ ਤੋਂ ਬਗੈਰ there is nothing that is possible। ਐਜ਼ ਜਿੱਦਾਂ ਸਾਡੀ ਪਰਫਾਰਮੈਂਸ ਦੇ ਵਿੱਚ ਸ਼ੋਅ ਕੀਤਾ ਗਿਆ ਕਿ we're made of the most closest rib, right? ਤੇ ਇਦਾਂ ਹੀ ਅਸੀਂ ਤੁਹਾਡੇ ਇਕੁਅਲ ਆ। डिफरेंसेस तो हले भी बहुत है, बहुत डिफरेंसेस है, बल्कि बहुत घट परसेंटेज लेडीज़ है ਜਿਹੜੀਆਂ ਕਿ ਬਾਹਰ ਨਿਕਲੀਆਂ ਪਰ ਹਲੇ ਵੀ ਘਰਾਂ ਦੇ ਵਿੱਚ ਅਬਿਊਜ਼ ਡੋਮੈਸਟਿਕ ਵਾਇਲੈਂਸ ਹਲੇ ਵੀ ਚੱਲੀ ਜਾਂਦਾ। ਹਲੇ ਵੀ ਲੇਡੀਜ਼ ਰੋਂਦੀਆਂ ਕਿ ਈਵਨ ਕਿ ਜੇ ਉਹ ਕੰਮ ਵੀ ਕਰਦੀਆਂ ਤੁਸੀਂ ਬਲੀਵ ਨਹੀਂ ਕਰੋਗੇ ਉਹਨਾਂ ਦੀ ਤਨਖਾਹ ਵੀ ਘਰ ਦੇ ਰੱਖ ਲੈਂਦੇ, ਹਲੇ ਵੀ ਉਹ ਸਭ ਕੁਝ ਹੋ ਰਿਹਾ ਹੈ। ਸੋ ਵੂਮਨ ਐਮਪਾਵਰਮੈਂਟ ਦੀ ਜਦੋਂ ਗੱਲ ਆਉਂਦੀ ਹੈ ਬਹੁਤ ਸਾਰੀਆਂ ਵੱਡੀਆਂ ਗੱਲਾਂ ਕਹਿ ਦਿੱਤੀਆਂ ਜਾਂਦੀਆਂ ਨੇ। ਸੋ ਤੁਹਾਨੂੰ ਕੀ ਲੱਗਦਾ ਹੈ ਕਿ ਵੂਮਨ ਐਮਪਾਵਰਮੈਂਟ ਕਿੰਨਾ ਕੁ ਲਾਈ ਕਰਦਾ ਹੈ? ਅਸਲ ਵਿਊ ਉਹਦਾ ਜੇ ਦੇਣਾ ਚਾਹੋਗੇ ਤਾਂ ਕਿੱਦਾਂ ਰਿਪਰੈਜ਼ੈਂਟ ਕਰੋਗੇ ਉਸ ਚੀਜ਼ ਨੂੰ? ਓਕੇ, ਪਹਿਲਾਂ ਤਾਂ ਮੈਂ ਇਹ ਮੰਨਦੀ ਹਾਂ ਕਿ ਮਰਦ ਤੇ ਔਰਤ ਹਮੇਸ਼ਾ ਇਕੁਅਲ ਸੀਗੇ, ਇਕੁਅਲ ਰਹਿਣਗੇ। ਇਹ ਮਰਦਾਂ ਨੇ ਆਪਣੀ ਉન્નਤੀ ਵਾਸਤੇ ਔਰਤਾਂ ਨੂੰ ਪਿੱਛੇ ਕਰਤਾ ਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਤਾਂ ਪੰਜਾਬ ਟਾਕਸ ਟੈਲੀਵਿਜ਼ਨ ਤੇ ਮੈਂ ਹਾਂ ਹਰਮਨਪ੍ਰੀਤ ਸਿੰਘ। ਸੋ ਇਸ ਵੇਲੇ ਅਸੀਂ ਹਿਊਮਨ ਰਾਈਟ ਮਿਊਜ਼ੀਅਮ, ਕੈਨੇਡੀਅਨ ਹਿਊਮਨ ਰਾਈਟ ਮਿਊਜ਼ੀਅਮ ਦੇ ਵਿੱਚ ਮੌਜੂਦ ਹਾਂ, ਜਿੱਥੇ ਕਿ ਵੂਮਨ ਦਾ ਇਕੱਠ ਹੋ ਰਿਹਾ, ਏਸ਼ੀਅਨ ਵੂਮਨ ਦਾ ਇਕੱਠ ਹੈ ਜੀ। ਸੋ ਮੇਰੇ ਪਿੱਛੇ ਦਾ ਜਿਹੜਾ ਮਾਹੌਲ ਹੈ ਤੁਹਾਨੂੰ ਵੀ ਆਪਾਂ ਦਿਖਾਵਾਂਗੇ। ਸੋ ਬੋਰਡ ਲੱਗਿਆ ਹੋਇਆ ਹੈ ਏਸ਼ੀਅਨ ਵੂਮਨਸ ਆਫ ਵਿਨੀਪੈਗ। ਸੋ ਵਿਨੀਪੈਗ ਦੇ ਵਿੱਚ ਜਿਹੜੀਆਂ ਏਸ਼ੀਅਨ ਵੂਮਨਸ ਨੇ ਉਹਨਾਂ ਦਾ ਇਹ ਇਕੱਠ ਹੈ, ਉਹਨਾਂ ਨੇ ਕੀ ਕੁਛ ਅਚੀਵ ਕੀਤਾ, ਉਹਨਾਂ ਦੀ ਕੀ ਕੁਛ ਦੇਣ ਹੈ ਵਿਨੀਪੈਗ ਨੂੰ, ਉਹਦੇ ਉੱਤੇ ਗੱਲਬਾਤ ਹੋ ਰਹੀ ਹੈ। ਸੋ ਇੱਥੇ ਮੈਨੀਟੋਬਾ ਦੇ ਗਵਰਨਰ ਵੀ ਪਹੁੰਚੇ ਨੇ, ਹੋਰ ਬਹੁਤ ਸਾਰੇ ਨਾਮੀ ਜਿਹੜੇ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਨਾਮ ਕਮਾਇਆ ਮੈਨੀਟੋਬਾ ਦੇ ਵਿੱਚ ਜਾਂ ਵਿਨੀਪੈਗ ਦੇ ਵਿੱਚ ਆ ਕੇ। ਉਹ ਵੂਮਨਸ ਜਿਹੜੀਆਂ ਐਮਪਾਵਰਮੈਂਟ ਦੀ ਗੱਲ ਕਰਦੀਆਂ ਨੇ, ਅਕਸਰ ਅਸੀਂ ਵੂਮਨ ਐਮਪਾਵਰਮੈਂਟ ਦਾ ਜ਼ਿਕਰ ਕਰਦੇ ਹਾਂ, ਵੂਮਨ ਐਮਪਾਵਰਮੈਂਟ ਦੀ ਗੱਲ ਕਰਦੇ ਹਾਂ। ਸੋ ਉਹ ਵੂਮਨਸ ਜਿੱਥੇ ਪਹੁੰਚੇ ਨੇ ਅਸੀਂ ਉਹਨਾਂ ਦੇ ਨਾਲ ਵੀ ਮਿਲਾਂਗੇ। ਸੋ ਮੇਰੇ ਪਿੱਛੇ ਦਾ ਜਿਹੜਾ ਮਾਹੌਲ ਹੈ ਮੈਂ ਚਾਹੁੰਦਾ ਕਿ ਇੱਕ ਵਾਰ ਤੁਸੀਂ ਉਹ ਜ਼ਰੂਰ ਦਿਖਾਓ ਜਾ ਕੇ ਕਿ ਕਿਸ ਤਰੀਕੇ ਦਾ ਜਿਹੜਾ ਇਕੱਠ ਹੈ ਆਪਾਂ ਦੇਖ ਸਕਦੇ ਹਾਂ ਤੇ ਵੱਡੇ ਪੱਧਰ ਦੇ ਉੱਤੇ ਸਾਨੂੰ ਦੇਖਣ ਨੂੰ ਮਿਲ ਰਿਹਾ ਜੀ। ਸੋ ਏਸ਼ੀਅਨ ਵੂਮਨਸ ਆਫ ਵਿਨੀਪੈਗ ਇੰਟਰਨੈਸ਼ਨਲ ਵੂਮਨਸ ਡੇ ਸਮਰਪਿਤ ਇਹ ਇਕੱਠ ਹੈ ਜਿਹੜਾ ਜੀ ਹੋ ਰਿਹਾ ਹੈ। ਸੋ ਕੈਨੇਡੀਅਨ ਹਿਊਮਨ ਰਾਈਟ ਮਿਊਜ਼ੀਅਮ ਦੀ ਆਪਾਂ ਗੱਲ ਕਰਦੇ ਹਾਂ ਤਾਂ ਇੱਥੇ ਇਹ ਇਕੱਠ ਹੈ ਜਿਹੜਾ ਹੋ ਰਿਹਾ ਹੈ। I chose the goal that protects man's life. ਇੱਥੇ ਕਰਵਾਇਆ ਗਿਆ। I took the side road which protects his heart and lungs. ਸੋ ਏਸ਼ੀਅਨ ਵੂਮਨਸ ਇਨ ਵਿਨੀਪੈਗ। ਸੋ ਆਪਾਂ ਪਹਿਲਾਂ ਵੀ ਤੁਹਾਨੂੰ ਦੱਸ ਕੇ ਹਟੇ ਹਾਂ ਕਿ ਇਸ ਕੈਨੇਡੀਅਨ ਮਿਊਜ਼ੀਅਮ ਦੇ ਵਿੱਚ ਏਸ਼ੀਅਨ ਵੂਮਨਸ ਦਾ ਇੱਕ ਇਕੱਠ ਹੈ। ਸੋ ਉਹ ਔਰਤਾਂ ਜਿਨ੍ਹਾਂ ਨੇ ਇੱਥੇ ਆ ਕੇ ਕਾਮਯਾਬੀ ਹਾਸਲ ਕੀਤੀ ਹੈ। ਸੋ ਉਹਨਾਂ ਔਰਤਾਂ ਦੇ ਵਿੱਚੋਂ ਹੀ ਇੱਕ ਫੀਮੇਲ ਨੇ ਜਿਨ੍ਹਾਂ ਦਾ ਨਾਮ ਨਮਨ ਮਾਂਗਟ ਹੈ। ਉਹ ਪਹਿਲਾਂ ਵੀ ਜੇ ਆਪਾਂ ਗੱਲ ਕਰਦੇ ਹਾਂ ਤਾਂ ਸੁਰਖੀਆਂ ਦੇ ਵਿੱਚ ਰਹੇ ਹੈ। ਕਿਉਂ? ਉਸ ਦਾ ਕਾਰਨ ਇਹ ਸੀ ਕਿ ਉਹਨਾਂ ਨੂੰ ਕੁਈਨ ਐਲਿਜ਼ਾਬੈਥ ਪਲੈਟੀਨੀਅਮ ਅਵਾਰਡ ਦੇ ਨਾਲ ਇੱਥੇ ਨਵਾਜਿਆ ਗਿਆ ਸੀ। ਸੋ ਉਹ ਸਾਡੇ ਨਾਲ ਨੇ। ਸੋ ਇੰਟਰਨੈਸ਼ਨਲ ਵੂਮਨਸ ਡੇ ਤੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਇੰਟਰਨੈਸ਼ਨਲ ਵੂਮਨਸ ਡੇ ਤੇ ਆਪਾਂ ਅੱਜ ਇੱਥੇ ਇਕੱਠੇ ਹੋਏ ਹਾਂ। ਸੋ ਇੱਕ ਵੱਡਾ ਅਵਾਰਡ ਪਿਛਲੀ ਵਾਰ ਤੁਹਾਨੂੰ ਇੱਥੇ ਮਿਲਿਆ, ਗਵਰਨਰ ਦੇ ਹੱਥੋਂ ਹੀ ਮਿਲਿਆ। ਸੋ ਕਿੱਦਾਂ ਦਾ ਮਹਿਸੂਸ ਹੋ ਰਿਹਾ ਇੱਕ ਐਜ਼ ਅ ਏਸ਼ੀਅਨ ਵੂਮਨ ਆਪਣੇ ਆਪ ਨੂੰ ਤੁਸੀਂ ਇਸ ਜਗ੍ਹਾ ਤੇ ਰਿਪਰੈਜ਼ੈਂਟ ਕੀਤਾ? ਬੜੀ ਖੁਸ਼ੀ ਹੋ ਰਹੀ ਹੈ ਜੀ। ਔਰ ਅੱਜ ਫਿਰ ਮੈਂ ਗਵਰਨਰ ਨੂੰ ਮਿਲੀ ਹਾਂ ਔਰ ਉਹਨਾਂ ਨੂੰ ਯਾਦ ਸੀਗਾ when I told her ਕਿ ਆਪਾਂ ਪਹਿਲਾਂ ਵੀ ਮਿਲੇ ਹੋਏ ਆ ਐਂਡ ਉਹਨਾਂ ਨੂੰ ਯਾਦ ਸੀ। ਮੈਨੂੰ ਬਹੁਤ ਖੁਸ਼ੀ ਹੋਈ ਕਿ ਕਿੰਨੇ ਲੋਕ ਹੈ ਤੇ ਉਹਨਾਂ ਨੇ ਸਟਿਲ ਰੈਕਗਨਾਈਜ਼ ਕੀਤਾ ਮੈਨੂੰ, ਕਹਿੰਦੇ ਹਾਂਜੀ ਤੁਹਾਨੂੰ ਮੈਂ ਅਵਾਰਡ ਦਿੱਤਾ ਸੀ। ਐਂਡ ਆਈ ਐਮ ਸੋ ਹੈਪੀ, ਸੋ ਬਲੈਸਡ ਕਿ ਜਿਹੜੀ ਮਿਹਨਤ ਕੀਤੀ ਸੀਗੀ ਉਹ ਰੰਗ ਦਿਖਾ ਰਹੀ ਆ। ਹਾਂਜੀ। ਸੋ ਐਜ਼ ਅ ਵੂਮਨ ਕੀ ਲੱਗਦਾ ਕਿ ਅੱਜ ਔਰਤ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ? ਮੁਸ਼ਕਲਾਂ ਤਾਂ ਹਰ ਸਟੈਪ ਤੇ ਇੱਕ ਔਰਤ ਨੂੰ ਘਰੋਂ ਹੀ ਸਟਾਰਟ ਹੋ ਜਾਂਦੀ ਹੈ। ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਔਰਤ ਨੇ ਬਾਹਰ ਨੇ ਘਰ ਵੀ ਦੇਖਣਾ ਹੁੰਦਾ, ਬੱਚੇ ਵੀ ਦੇਖਣੇ ਹੁੰਦੇ ਆ, ਫਿਰ ਇੱਥੇ ਸਾਰਾ ਘਰ ਦਾ ਕੰਮ ਵੀ ਕਰਨਾ ਹੁੰਦਾ, ਰਾਈਟ। ਬਟ ਸਟਿਲ ਉਹ ਬਾਹਰ ਵੀ ਦੇਖਦੀ, ਅੰਦਰ ਵੀ ਦੇਖਦੀ ਆ।
ਕਿਹੜੇ ਮਰਜ਼ੀ ਸਰਕਮਸਟੈਂਸਿਸ ਆਉਣ ਪਰ ਉਹ ਫਿਰ ਵੀ ਆਪਣੇ ਇੱਕ ਸਮਾਈਲ ਲੈ ਕੇ ਬਾਹਰ ਹਨਾ ਦੁਨੀਆ ਦੇ ਅੱਗੇ ਪੇਸ਼ ਹੁੰਦੀ ਹੈ। ਆਈ ਥਿੰਕ ਉਹ ਕਿੰਨੇ ਮਰਜ਼ੀ ਅੰਦਰੋਂ ਟੁੱਟੀ ਹੋਵੇ ਪਰ ਮੈਂ ਬਾਹਰ ਜੋ ਜਾਂਦੀ ਆਈ ਐਮ ਰੀਅਲੀ ਮੈਨੂੰ ਲੱਗਦਾ ਕਿ ਮੈਂ ਆਪਣੇ ਨੂੰ ਰਿਪਰੈਜ਼ੈਂਟ ਕਰਾਂ ਐਜ਼ ਅ ਵੂਮਨ ਕਿ ਆਈ ਐਮ ਵੈਰੀ ਸਟਰੋਂਗ। ਸੋ ਅੱਜ ਜਦੋਂ ਇੱਕ ਪਲੇਟਫਾਰਮ ਦੇ ਉੱਤੇ ਵੂਮਨ ਕਿਤੇ ਨਾ ਕਿਤੇ ਪਹੁੰਚ ਚੁੱਕੀ ਆ, ਸੋ ਆਪਾਂ ਮਹਿਸੂਸ ਵੀ ਕਰਦੇ ਹਾਂ ਤੇ ਅਸੀਂ ਦੇਖਦੇ ਵੀ ਹਾਂ। ਸੋ ਉਹ ਪਹਿਲਾਂ ਵਾਲੇ ਹਾਲਾਤ ਨਹੀਂ ਰਹੇ। ਤਾਂ ਕੀ ਇਹ ਗੱਲ ਵਾਕਿਆ ਲੱਗਦੀ ਹੈ ਕਿ ਜਿਹੜਾ ਫਾਸਲਾ ਇੱਕ ਮਰਦ ਤੇ ਔਰਤ ਦੇ ਵਿਚਕਾਰ ਸੀ, ਅਕਸਰ ਇਹ ਕਿਹਾ ਜਾਂਦਾ ਸੀ ਕਿ ਮਰਦ ਪ੍ਰਧਾਨ ਜਿਹੜਾ ਸਮਾਜ ਹੈ ਉਹੀ ਆ, ਸੋ ਉੱਥੋਂ ਔਰਤ ਉਤਾਂਹ ਨੂੰ ਉੱਠ ਕੇ ਆਈ ਹੈ, ਲੱਗਦਾ ਡਿਫਰੈਂਸਿਸ ਤਾਂ ਹਲੇ ਵੀ ਬਹੁਤ ਹੈ, ਬਹੁਤ ਡਿਫਰੈਂਸਿਸ ਆ। ਮਤਲਬ ਕਿ ਬਹੁਤ ਘੱਟ ਪਰਸੈਂਟੇਜ ਲੇਡੀਜ਼ ਹੈ ਜਿਹੜੀਆਂ ਕਿ ਬਾਹਰ ਨਿਕਲੀਆਂ ਪਰ ਹਲੇ ਵੀ ਘਰਾਂ ਦੇ ਵਿੱਚ ਅਬਿਊਜ਼ ਡੋਮੈਸਟਿਕ ਵਾਇਲੈਂਸ ਹਲੇ ਵੀ ਚੱਲੀ ਜਾਂਦਾ। ਹਲੇ ਵੀ ਲੇਡੀਜ਼ ਰੋਂਦੀਆਂ ਕਿ ਈਵਨ ਕਿ ਜੇ ਉਹ ਕੰਮ ਵੀ ਕਰਦੀਆਂ ਤੁਸੀਂ ਬਲੀਵ ਨਹੀਂ ਕਰੋਗੇ ਉਹਨਾਂ ਦੀ ਤਨਖਾਹ ਵੀ ਘਰ ਦੇ ਰੱਖ ਲੈਂਦੇ, ਹਲੇ ਵੀ ਉਹ ਸਭ ਕੁਝ ਹੋ ਰਿਹਾ ਹੈ। ਪਰ ਮੈਂ ਇੱਕ ਰੀਡਿੰਗ ਦੇਖ ਰਹੀ ਸੀ ਕਿ ਬਹੁਤ ਘੱਟ ਪਰਸੈਂਟੇਜ ਹੈ ਹਾਲੇ ਵੀ ਲੇਡੀਜ਼ ਨੂੰ ਬਾਹਰ ਨਿਕਲਣ ਦੀ ਲੋੜ ਹੈ, ਉਹਨਾਂ ਨੂੰ ਬਹੁਤ ਸਪੋਰਟ ਦੀ ਲੋੜ ਆ। ਮੈਂ ਤਾਂ ਇਹੀ ਕਹੂੰਗੀ ਅੱਜ ਇੱਥੇ ਅਸੀਂ ਇਕੱਠੇ ਹੋਏ ਹਾਂ ਕਿ ਵੀ ਆਪਾਂ ਨੂੰ ਰੀਅਲੀ ਵਿਮਨ ਨੂੰ ਸਪੋਰਟ ਕਰਨਾ ਚਾਹੀਦਾ। ਵਿਮਨ ਸਾਰਾ ਕੁਝ ਜੋੜ ਸਕਦੀ ਹੈ, ਸਾਰੇ ਕਹਿੰਦੇ ਕਾਇਨਾਤ ਵਿਮਨ ਕਰਕੇ ਜੁੜੀ ਹੋਈ ਹੈ। ਤੇ ਗੁਰੂ ਨਾਨਕ ਦੇਵ ਜੀ ਦੀ ਪੰਕਤੀ ਹੈ, ਸੋ ਕੋ ਮੰਦਾ ਆਖੀਏ ਜਿੱਤ ਜਮੇ ਰਜਾਨ, ਹੈ ਨਾ। ਸੋ ਉੱਥੋਂ ਹੀ ਇੱਕ ਜਨਾਨੀ ਤੋਂ ਹੀ ਸਭ ਪੁਰਸ਼ ਵੀ ਜਨਾਨੀ ਤੋਂ ਹੀ ਸ਼ੁਰੂ ਹੁੰਦਾ ਪਰ ਬਾਅਦ 'ਚ ਜਨਾਨੀ ਤੋਂ ਹੀ ਜਨਮ ਲੈਂਦਾ, ਜਨਾਨੀ 'ਤੇ ਹੀ ਫਿਰ ਇੱਕ ਨਾ ਇੱਕ ਦਿਨ ਉਹ ਕਹਿੰਦੇ ਹੱਥ ਵੀ ਚੁੱਕਦੇ ਆ। ਇਹ ਬਹੁਤ ਗਲਤ ਗੱਲਾਂ ਜਿਹੜੀਆਂ ਆਪਣੇ ਸਮਾਜ 'ਚ ਹੋ ਰਹੀਆਂ, ਆਈ ਥਿੰਕ ਇਹਨਾਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਤਾਂ ਕਿ ਆਪਾਂ ਇਸ ਚੀਜ਼ 'ਤੇ ਵਰਕਆਊਟ ਕਰ ਸਕੀਏ। ਬਿਲਕੁਲ। ਸੋ ਡਿਫਰੈਂਸ ਹੈ ਜਿਹੜਾ ਉਹ ਕਵਰ ਤਾਂ ਹੋਇਆ ਪਰ ਜਿਹੜਾ ਬਹੁਤ ਥੋੜਾ ਡਿਫਰੈਂਸ ਹੈ ਆਪਾਂ ਜੇ ਗੱਲ ਕਰਦੇ ਹਾਂ ਉਹ ਕਵਰ ਹੋਇਆ। ਸੋ ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਹੈ। ਸੋ ਕਹਿੰਦੇ ਨੇ ਜੀ ਔਰਤ ਹੈ ਜਿਹੜੀ ਉਹ ਐਡੀ ਵੱਡੀ ਤਾਕਤ ਰੱਖਦੀ ਹੈ ਕਿ ਆਪਣੇ ਆਪ ਦੇ ਵਿੱਚੋਂ ਮਰਦ ਪੈਦਾ ਕਰ ਸਕਦੀ ਹੈ। ਸੋ ਹੋਰ ਵੀ ਆਪਾਂ ਜਿਹੜੇ ਇੱਥੇ ਲੇਡੀਜ਼ ਨੇ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਉਹਨਾਂ ਤੋਂ ਜਾਣਾਂਗੇ ਕਿ ਉਹਨਾਂ ਦਾ ਵੂਮਨਸ ਇੰਟਰਨੈਸ਼ਨਲ ਵੂਮਨਸ ਡੇ ਜਿਹੜਾ ਉਹਦੇ ਲਈ ਪੁਆਇੰਟ ਆਫ ਵਿਊ ਕੀ ਹੈ। ਸੋ ਉਹ ਕੀ ਸੋਚਦੇ ਆ ਕਿ ਅੱਜ ਔਰਤ ਕਿੰਨਾ ਕੁ ਅਗਾਂਹ ਨੂੰ ਵੱਧ ਕੇ ਆਈ ਹੈ। ਸੋ ਵੂਮਨ ਐਮਪਾਵਰਮੈਂਟ ਦੀ ਜਦੋਂ ਗੱਲ ਆਉਂਦੀ ਹੈ ਬਹੁਤ ਸਾਰੀਆਂ ਵੱਡੀਆਂ ਗੱਲਾਂ ਕਹਿ ਦਿੱਤੀਆਂ ਜਾਂਦੀਆਂ ਨੇ। ਸੋ ਤੁਹਾਨੂੰ ਕੀ ਲੱਗਦਾ ਕਿ ਵੂਮਨ ਐਮਪਾਵਰਮੈਂਟ ਕਿੰਨਾ ਕੁ ਲਾਈਕ ਕਰਦਾ ਹੈ? ਅਸਲ ਵਿਊ ਉਹਦਾ ਜੇ ਦੇਣਾ ਚਾਹੋਗੇ ਤਾਂ ਕਿੱਦਾਂ ਰਿਪਰੈਜ਼ੈਂਟ ਕਰੋਗੇ ਉਸ ਚੀਜ਼ ਨੂੰ? ਓਕੇ, ਪਹਿਲਾਂ ਤਾਂ ਪੰਜਾਬ ਟਾਕਸ ਦੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ, ਮਨਬੀਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵੂਮਨ ਐਮਪਾਵਰਮੈਂਟ ਮੈਨੂੰ ਲੱਗਦਾ ਹੈ ਕਿ ਆਪਣੇ ਘਰੋਂ ਸਟਾਰਟ ਹੁੰਦੀ ਹੈ। ਜਦੋਂ ਸਾਡੇ ਘਰ ਬੇਟੀਆਂ ਹੁੰਦੀਆਂ ਨੇ ਅਸੀਂ ਆਪਣੀਆਂ ਬੇਟੀਆਂ ਨੂੰ ਕਿਹੜੀ ਐਮਪਾਵਰਮੈਂਟ ਘਰੋਂ ਦਿੰਦੇ ਆ, ਚਾਰ ਦੀਵਾਰੀ ਦੇ ਵਿੱਚ ਉਹਨਾਂ ਨੂੰ ਕਿਹੜੀ ਹੱਲਾਸ਼ੇਰੀ ਐਨਕਰੇਜਮੈਂਟ ਮਿਲਦੀ ਹੈ, ਉਹ ਅਸਲ ਵਿਮਨ ਐਮਪਾਵਰਮੈਂਟ ਉੱਥੋਂ ਸਟਾਰਟ ਹੁੰਦੀ ਹੈ ਕਿ ਉਹ ਵਿਮਨ ਨੂੰ ਅਸੀਂ ਕਿੰਨਾ ਕੌਨਫੀਡੈਂਸ ਪ੍ਰਦਾਨ ਕਰਦੇ ਹਾਂ ਜਦੋਂ ਅਸੀਂ ਉਹਨਾਂ ਦੀ ਅਪਬ੍ਰਿੰਗਿੰਗ ਕਰਦੇ ਹਾਂ। ਫਿਰ ਜਦੋਂ ਮੈਰਿਜ ਹੋ ਜਾਂਦੀ ਹੈ ਸੈਕਿੰਡ ਵਿਮਨ ਐਮਪਾਵਰਮੈਂਟ ਹੁੰਦੀ ਹੈ ਜਿਹੜਾ ਤੁਹਾਡਾ ਹਸਬੈਂਡ ਆ ਉਹਦੇ ਤੋਂ ਜਿਹੜੀ ਤੁਹਾਨੂੰ ਐਨਕਰੇਜਮੈਂਟ ਮਿਲਦੀ ਹੈ। ਸੋ ਜਦੋਂ ਤੁਹਾਡੇ ਘਰ ਦਾ ਆਲਾ ਦੁਆਲਾ ਤੁਹਾਨੂੰ ਐਨਕਰੇਜਮੈਂਟ ਦਿੰਦਾ ਆ, ਤੁਹਾਨੂੰ ਬਹੁਤ ਹੱਲਾਸ਼ੇਰੀ ਮਿਲਦੀ ਆ, ਤੁਹਾਡਾ ਕੌਨਫੀਡੈਂਸ ਬੂਸਟ ਹੁੰਦਾ ਹੈ, ਫਿਰ ਤੁਸੀਂ ਆਪਣੇ ਘਰ ਦੀ ਚਾਰ ਦੀਵਾਰੀ 'ਚੋਂ ਨਿਕਲ ਕੇ ਉਸ ਕੌਨਫੀਡੈਂਸ ਨੂੰ ਅੱਗੇ ਕਰਦੇ ਹੋ। ਫਿਰ ਆਫਕੋਰਸ ਉਹ ਤਾਂ ਫਿਰ ਚੱਲੀ ਜਾਂਦਾ ਹੈ ਨਾ ਕੰਮ ਤੇ ਐਨ ਚਾਰ ਸਵੇਰੇ। ਸੋ ਮੇਰੇ ਅਕੋਰਡਿੰਗਲੀ ਵਿਮਨ ਐਮਪਾਵਰਮੈਂਟ ਜਿਹੜੀ ਹੈ ਉਹ ਸਾਡੇ ਘਰੋਂ ਸਟਾਰਟ ਹੁੰਦੀ ਹੈ। ਸੋ ਮੇਰੀ ਬੇਨਤੀ ਹੈ ਕਿ ਜਿਨ੍ਹਾਂ ਦੀਆਂ ਵੀ ਬੱਚੀਆਂ ਹੈ ਛੋਟੀਆਂ, ਤੁਸੀਂ ਆਪਣੇ ਬੱਚਿਆਂ ਨੂੰ ਕਦੀ ਇਹ ਨਾ ਕਹੋ ਕਿ ਅਸੀਂ ਇਹਨਾਂ ਨੂੰ ਪੁੱਤਾਂ ਵਾਂਗੂ ਪਾਲਿਆ ਹੈ। ਇਹ ਗੱਲ ਤਾਂ ਉਹਨਾਂ ਲਈ ਇਹ ਫੇਅਰ ਨਹੀਂ ਹੈਗਾ। ਉਹਨਾਂ ਨੂੰ ਧੀਆਂ ਵਾਂਗੂ ਹੀ ਪਾਲੋ ਕਿਉਂਕਿ ਧੀਆਂ ਡਿਜ਼ਰਵ ਕਰਦੀਆਂ ਆ। ਧੀ ਨੂੰ ਪੁੱਤ ਵਾਂਗੂ ਪਾਲਣ ਦੀ ਲੋੜ ਨਹੀਂ ਆ, ਆਪਣੇ ਪੁੱਤਾਂ ਨੂੰ ਧੀਆਂ ਵਾਂਗੂ ਪਾਲੋ। ਜਿਹੜੀ ਐਨਕਰੇਜਮੈਂਟ ਤੁਸੀਂ ਆਪਣੀ ਧੀ ਨੂੰ ਦੇ ਰਹੇ ਹੋ ਉਹੀ ਪੁੱਤ ਨੂੰ ਦਿਓ, ਉਹੀ ਸਿੱਖਿਆ ਤੁਸੀਂ ਆਪਣੇ ਬੱਚਿਆਂ ਨੂੰ ਦਿਓ ਕਿ ਆਪਣੀਆਂ ਭੈਣਾਂ ਦੀ ਰਿਸਪੈਕਟ ਕਰੋ, ਆਪਣੇ ਘਰ ਦੇ ਵਿੱਚ ਆਪਣੀਆਂ ਮਦਰਸ ਦੀ ਰਿਸਪੈਕਟ ਕਰੋ ਤੇ ਫਿਰ ਅੱਗੇ ਚੱਲ ਕੇ ਉਹ ਜਿਹੜੀ ਰਿਸਪੈਕਟ ਆ ਵੂਮਨ ਵਾਸਤੇ ਉਹੀ ਅਸਲੀ ਵੂਮਨ ਐਮਪਾਵਰਮੈਂਟ ਆ। ਬਿਲਕੁਲ ਇੱਕ ਰਿਸਪੈਕਟ ਹੀ ਹੈ ਜਿਹੜੀ ਉਹੀ ਅਸਲੀ ਵੂਮਨ ਐਮਪਾਵਰਮੈਂਟ ਹੈ। ਸੋ ਮਾਡਰਨ ਇਰਾ ਆ ਗਿਆ ਜੀ, ਆਪਾਂ 2023 ਦੇ ਵਿੱਚ ਆ ਗਏ ਹਾਂ। ਮੋਢੇ ਨਾਲ ਮੋਢਾ ਲਾ ਕੇ ਔਰਤ ਅਕਸਰ ਮਰਦ ਦੇ ਨਾਲ ਅੱਜ ਖੜੀ ਵਿਖਦੀ ਹੈ। ਸੋ ਕੀ ਲੱਗਦਾ ਕਿ ਵਾਕਈ ਅਜਿਹਾ ਕੁਝ ਹੈ? ਡਿਫਰੈਂਸ ਹੈ ਜਿਹੜਾ ਪਹਿਲਾਂ ਪੁਰਾਣੇ ਸਮਿਆਂ ਤੋਂ ਆ ਰਿਹਾ ਸੀ, ਇੱਕ ਗੈਪ ਸੀਗਾ ਬਹੁਤ ਵੱਡਾ, ਉਹ ਕਿੰਨਾ ਕੁ ਕਵਰ ਹੋਇਆ 2023 ਤੱਕ ਪਹੁੰਚਦੇ? ਤੁਸੀਂ ਦੇਖੀਏ, ਮੇਰਾ ਨਾਮ ਗਗਨਦੀਪ ਚਾਲ ਹੈ ਜੀ, ਮੈਂ ਰਿਐਲਟਰ ਹੈਗੀ। ਬਟ ਤੁਸੀਂ ਦੇਖ ਰਹੇ ਹੋ ਅੱਜ ਦੀ ਫੀਲਡ ਦੇ ਵਿੱਚ ਸਾਰੀਆਂ ਲੇਡੀਜ਼ ਕੰਮ ਕਰ ਰਹੀਆਂ ਮੋਢੇ ਨਾਲ ਮੋਢਾ ਲਾ ਕੇ। ਤੇ ਬਾਕੀ ਮੇਰੀਆਂ ਜਿੰਨੀਆਂ ਵੀ ਭੈਣਾਂ ਹੈਗੀਆਂ ਕਿ ਤੁਸੀਂ ਦੇਖ ਰਹੇ ਹੋ ਸਾਰੀਆਂ ਮੋਸਟਲੀ ਸਕਸੈਸਫੁਲ ਹੋ ਰਹੀਆਂ ਹੈਗੀਆਂ। ਜਿਵੇਂ ਨਮਨ ਲੈ ਲਓ, ਮਨਵੀਰ ਲੈ ਲਓ, ਬਾਕੀ ਸਾਰੀਆਂ ਲੈ ਲਓ, ਹਰੇਕ ਆਪਦੀ ਫੀਲਡ ਦੇ ਵਿੱਚ ਸਕਸੈਸਫੁਲ ਹੋ ਰਹੀ ਹੈ। ਐਵੇਂ ਨਹੀਂ ਹੈ ਕਿ ਪਹਿਲਾਂ ਸਾਨੂੰ ਐਵੇਂ ਹੁੰਦਾ ਸੀ ਵੀ ਕਿਵੇਂ ਕੰਮ ਕਰਾਂਗੇ, ਬਟ ਹੁਣ ਸਾਡਾ ਆਪਣਾ ਨਾਮ ਹੈ, ਸਾਨੂੰ ਆਪਦੀ ਹੈਗੇ ਕਿਉਂਕਿ ਹਸਬੈਂਡ ਵੀ ਸਪੋਰਟ ਕਰ ਰਹੇ ਆ, ਫੈਮਲੀਜ਼ ਵੀ ਸਪੋਰਟ ਕਰ ਰਹੀਆਂ ਵੀ ਤੁਸੀਂ ਜਾਓ ਬਾਹਰ ਕੰਮ ਕਰੋ। ਸੋ ਵਰਲਡ ਲੈਵਲ ਤੇ ਔਰਤ ਦੀ ਜਿਹੜੀ ਹੋਂਦ ਹੈ ਉਹਨੂੰ ਕਿੱਥੋਂ ਤੱਕ ਦੇਖਦੇ ਹੋ?
मैं कुछ कहना चाहूँगी। ਹਾਂਜੀ ਦੇਖੋ ਇਹ ਤਾਂ ਦੁਨੀਆ ਹੀ ਔਰਤ ਤੋਂ ਸ਼ੁਰੂ ਹੋਈ ਹੈ ਨਾ। ਸੋ ਜੇ ਆਪਾਂ ਇਹ ਕਹੀਏ ਕਿ ਅੱਜ ਅਸੀਂ ਮੋਢੇ ਨਾਲ ਮੋਢਾ ਲਾ ਕੇ ਕੰਮ ਕਰ ਰਹੇ ਹਾਂ, ਇਹ ਗੱਲ ਮੇਰੇ ਅਕੋਰਡਿੰਗਲੀ ਸਹੀ ਨਹੀਂ ਆ, ਕਿਉਂਕਿ ਆਦਮੀ ਕਿਉਂਕਿ ਇਹ ਕਿਹਾ ਜਾਂਦਾ ਸੀ ਕਿ ਔਰਤ ਦਾ ਮੋਢਾ ਥੱਲੇ ਹੈ, ਮਰਦ ਦਾ ਉੱਤੇ ਹੈ। ਸੋ ਇੱਕ ਜਿਹੜਾ ਗੈਪ ਹੈ ਸੀਗਾ, ਉਹ ਜਿਹੜਾ ਗੈਪ ਸੀਗਾ ਉਹ ਕਵਰ ਕਰਨ ਦੀ ਗੱਲ ਹਮੇਸ਼ਾ ਹੋਈ ਸੀ ਵੀ ਉਹ ਕਿੰਨਾ ਕੁ ਕਵਰ ਹੋ ਪਾਇਆ, ਮਤਲਬ ਉਹ ਮੋਢਾ ਬਰਾਬਰ ਹੋਇਆ ਹੈ ਜਾਂ ਮੋਢਾ ਉੱਤੇ ਚਲਾ ਗਿਆ। ਜੇ ਤੁਸੀਂ ਇਤਿਹਾਸ ਪੜ੍ਹੋਗੇ ਤੁਸੀਂ ਦੇਖੋਗੇ ਕਿ ਅੱਜ ਤੋਂ ਬਹੁਤ 100 ਸਾਲਾਂ ਪਹਿਲਾਂ ਨਾ ਐਕਚੁਅਲੀ ਔਰਤ ਕਾਫੀ ਪਾਵਰਫੁਲ ਰਹੀ ਆ, ਹੈ ਨਾ, ਕਾਫੀ ਸਟਰੋਂਗਲੀ। ਜੇ ਤੁਸੀਂ ਦੇਖੋ ਰਾਣੀ ਝਾਂਸੀ ਤੋਂ ਆਪਾਂ ਸ਼ੁਰੂ ਕਰਦੇ ਹਾਂ ਤਾਂ ਬਹੁਤ ਵਿਮਨ ਦੀ ਐਮਪਾਵਰਮੈਂਟ ਸੀ, ਇਤਿਹਾਸ ਇੱਕ ਵੱਖਰਾ ਸੀ। ਪਰ ਇੱਕ ਫਿਰ ਟਾਈਮ ਆਇਆ ਜਿੱਥੇ ਹੌਲੀ ਹੌਲੀ ਉਹਦੀ ਪਾਵਰ ਘੱਟ ਹੋ ਗਈ। ਇਹਦੇ ਵਿੱਚ ਸਾਡਾ ਸਮਾਜ ਦੋਸ਼ੀ ਹੋ ਸਕਦਾ ਆ, ਸਾਡੀ ਸੋਚ ਹੋ ਸਕਦੀ ਆ, ਹੈ ਨਾ। ਸੋ ਵਿਮਨ ਆਪਣੀ ਅਸਲੀ ਸਥਿਤੀ ਤੇ ਵਾਪਸ ਆ ਰਹੀ ਆ, ਔਰ ਆਦਮੀ ਨੂੰ ਤਾਂ ਹਮੇਸ਼ਾ ਹੀ ਉਹਦੀ ਐਨਕਰੇਜਮੈਂਟ ਦੀ ਲੋੜ ਹੁੰਦੀ ਆ, ਬੇਸ਼ੱਕ ਉਹ ਘਰ ਸੰਭਾਲਣਾ ਹੋਵੇ, ਬੱਚੇ ਹੋਣ ਜਾਂ ਜੋ ਵੀ ਆ। ਸੋ ਵਿਮਨ 'ਚ ਤਾਂ ਬਹੁਤ ਪਾਵਰ ਆ। ਬਸ ਗੱਲ ਇਹ ਹੈ ਕਿ ਹੁਣ ਹਰ ਇੱਕ ਨੂੰ ਇੱਕ ਅੰਡਰਸਟੈਂਡਿੰਗ ਆ ਗਈ ਆ, ਲੋਕ ਇਸ ਚੀਜ਼ ਨੂੰ ਰੈਕਗਨਾਈਜ਼ ਕਰਨ ਲੱਗ ਗਏ ਨੇ, ਉਹਨੂੰ ਮਤਲਬ ਐਡਮਾਇਰ ਕਰਨ ਲੱਗ ਗਏ ਨੇ। ਦੈਟਸ ਇਟ, ਮੈਨੂੰ ਇਹ ਲੱਗਦਾ। ਸੋ ਬਹੁਤ ਵਧੀਆ ਗੱਲ ਆਖੀ ਹੈ ਕਿ ਪੁਰਾਣੇ ਸਮਿਆਂ ਤੋਂ ਲੈ ਕੇ ਕਿਤੇ ਨਾ ਕਿਤੇ ਬਹੁਤ ਸਾਰੀਆਂ ਇਹੋ ਜਿਹੀਆਂ ਪ੍ਰਥਾ ਸੀਗੀਆਂ ਜਿਨ੍ਹਾਂ ਦੇ ਕਰਕੇ ਔਰਤ ਘਰਾਂ ਦੇ ਵਿੱਚ ਬਹੁਤ ਨੀਵੇਂ ਪੱਧਰ ਦੇ ਉੱਤੇ ਹੋ ਕੇ ਰਹਿ ਗਈ ਸੀ। ਪਰ 2023 ਆ ਗਿਆ, ਅੱਜ ਇਹ ਮੇਰੇ ਸਾਹਮਣੇ ਮੇਰੇ ਨਾਲ ਇਹ ਉਹ ਕਾਬਲ ਤੇ ਆਪਾਂ ਜੇ ਗੱਲ ਕਰਦੇ ਹਾਂ ਉਹ ਮੇਰੇ ਨਾਲ ਵੂਮਨਸ ਨੇ ਜਿਨ੍ਹਾਂ ਨੇ ਕਿਤੇ ਨਾ ਕਿਤੇ ਵਰਲਡ ਦੇ ਵਿੱਚ ਕੁਛ ਨਾ ਕੁਛ ਅਚੀਵ ਕੀਤਾ। ਸੋ ਤੁਹਾਡਾ ਬਹੁਤ ਸ਼ੁਕਰੀਆ ਜੀ ਦਾ ਪੰਜਾਬ ਟਾਕਸ ਦੇ ਨਾਲ ਤੁਸੀਂ ਗੱਲਬਾਤ ਕੀਤੀ ਹੈ। ਸੋ ਮੇਰੇ ਪਿੱਛੇ ਦਾ ਜਿਹੜਾ ਮਾਹੌਲ ਹੈ ਤੁਸੀਂ ਵੇਖ ਸਕਦੇ ਹੋ ਇਸ ਵੇਲੇ ਆਪਾਂ ਜੇ ਗੱਲ ਕਰ ਰਹੇ ਹਾਂ ਇੰਟਰਨੈਸ਼ਨਲ ਵੂਮਨਸ ਡੇ ਦੀ। ਸੋ ਇੱਥੇ ਇਸ ਇਕੱਠ ਦੇ ਵਿੱਚ ਬਹੁਤ ਸਾਰੀਆਂ ਉਹ ਔਰਤਾਂ ਵੀ ਮੌਜੂਦ ਨੇ ਜਿਨ੍ਹਾਂ ਨੇ ਆਪਣੇ ਗਰਾਊਂਡ ਲੈਵਲ ਤੋਂ ਉੱਠ ਕੇ ਕਿਤੇ ਨਾ ਕਿਤੇ ਵਰਲਡ ਦੇ ਵਿੱਚ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਫੀਲਡ ਦੇ ਵਿੱਚ ਕੁਛ ਨਾ ਕੁਛ ਅਚੀਵ ਕੀਤਾ। ਸੋ ਮੈਂ ਚਾਹੁੰਦਾ ਇੱਕ ਵਾਰ ਕੈਮਰਾ ਤੁਸੀਂ ਪੂਰਾ ਆਸੇ-ਪਾਸੇ ਵੱਲ ਘੁਮਾ ਦਿਓ ਤਾਂ ਕਿ ਜਿਹੜਾ ਮਾਹੌਲ ਹੈ ਉਹ ਸਾਰਾ ਆਪਾਂ ਦਿਖਾ ਸਕੀਏ ਕਿ ਕਿਸ ਤਰੀਕੇ ਦੇ ਨਾਲ ਇੱਥੇ ਜਿਹੜਾ ਇਕੱਠ ਹੈ। ਸੋ ਗਵਰਨਰ ਵੀ ਇੱਥੇ ਪਹੁੰਚੇ ਹੋਏ ਨੇ ਤੇ ਖਾਸ ਗੱਲ ਇਹ ਹੈ ਕਿ ਮੈਨੀਟੋਬਾ ਦੇ ਗਵਰਨਰ ਨੇ ਜਿਹੜੇ ਉਹ ਵੀ ਇੱਕ ਔਰਤ ਨੇ। ਸੋ ਵੱਖ-ਵੱਖ ਸੁਨੇਹੇ ਜਿਹੜੇ ਲੇਡੀਜ਼ ਦੇ ਵੱਲੋਂ ਮੰਚ ਦੇ ਉੱਤੋਂ ਦਿੱਤੇ ਗਏ ਆ। ਸੋ ਆਪਾਂ ਹੋਰ ਵੀ ਜਿਹੜੇ ਇੱਥੇ ਪਹੁੰਚੇ ਆ ਇਸ ਜਗ੍ਹਾ ਦੇ ਉੱਤੇ ਇਸ ਈਵਨਿੰਗ ਨੂੰ ਚਾਰ ਚੰਦ ਲਾਉਣ ਦੇ ਲਈ ਜਿਹੜੇ ਵੀ ਮਹਿਮਾਨ ਪਹੁੰਚੇ ਆਪਾਂ ਉਹਨਾਂ ਦੇ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ। ਬੈਡ ਹੇਅਰ ਡੇ, ਡੋਂਟ ਵਰੀ, ਅਸੀਂ ਤੁਹਾਡੀ ਹਰ ਜ਼ਰੂਰਤ ਨੂੰ ਸਮਝਦੇ ਹਾਂ। ਸ਼ਹਿਰ ਦੀ ਸਭ ਤੋਂ ਵਧੀਆ ਤੇ ਬਜਟ ਫ੍ਰੈਂਡਲੀ ਹੇਅਰ ਸੈਲੂਨ ਵਿੱਚ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਮਨ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਜਸ ਆਰਜੇ ਹੇਅਰ ਸੈਲੂਨ ਤੋਂ। ਸਾਡੇ ਟੈਲੈਂਟਡ ਸਟਾਈਲਿਸਟ ਤੁਹਾਨੂੰ ਆਪਣੀ ਪਸੰਦ ਅਨੁਸਾਰ ਹੇਅਰ ਕੱਟ, ਕਲਰ ਅਤੇ ਸਟਾਈਲ ਦਿੰਦੇ ਨੇ ਜੋ ਤੁਹਾਡੀ ਲੁੱਕ ਨੂੰ ਸੂਟ ਕਰਦਾ ਹੈ। ਇਸ ਲਈ ਸਿਰਫ ਉੱਚ ਗੁਣਵੱਤਾ ਵਾਲੇ ਪ੍ਰੋਡਕਟਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਜੋ ਤੁਹਾਡਾ ਸਟਾਈਲ ਤੇ ਖੂਬਸੂਰਤੀ ਰਹੇ ਹਮੇਸ਼ਾ ਬਰਕਰਾਰ। ਆਰਜੇ ਹੇਅਰ ਸੈਲੂਨ ਤੁਹਾਨੂੰ ਪ੍ਰੋਵਾਈਡ ਕਰਦਾ ਹੈ ਹੇਅਰ ਸਮੂਥਨਿੰਗ, ਕੈਰਾਟਿਨ ਹੇਅਰ ਸਮੂਥਨਿੰਗ, ਕੈਰਾਟਿਨ ਟ੍ਰੀਟਮੈਂਟਸ, ਹੇਅਰ ਕੱਟ, ਹੇਅਰ ਸਪਾਸ, ਕਲਰ ਕਰੈਕਸ਼ਨਸ, ਰੂਟ ਰੀਟੱਚ, ਹਾਈਲਾਈਟਸ, ਬੈਲਿਆਜ। ਇਸੇ ਦੇ ਨਾਲ ਮੈਨਸ ਸੈਕਸ਼ਨ ਦੇ ਵਿੱਚ ਅਸੀਂ ਪ੍ਰੋਵਾਈਡ ਕਰਦੇ ਹਾਂ ਹੇਅਰ ਕੱਟਸ, ਫੇਡਸ, ਸ਼ੇਵ, ਬੀਅਰਡ ਟ੍ਰਿਮਸ ਐਂਡ ਸਪੈਸ਼ਲੀ ਬੀਅਰਡ ਟ੍ਰਿਮਸ ਵਿਦ ਸੀਜ਼ਰ। ਸਾਡੇ ਕੋਲੇ ਸਾਰਾ ਸਟਾਫ ਬਹੁਤ ਹੀ ਕੁਆਲੀਫਾਈਡ ਹੈ। ਸਾਰੀ ਸਰਵਿਸਿਜ਼ ਵੈਕਸਿੰਗ, ਕੈਰਾਟਿਨ, ਸਮੂਥਨਿੰਗ, ਹਾਈਲਾਈਟਸ, ਐਵਰੀਥਿੰਗ ਵੀ ਪ੍ਰੋਵਾਈਡ ਹੇਅਰ। ਅਸੀਂ ਗਾਰੰਟੀ ਦਿੰਦੇ ਹਾਂ ਕਿ ਸੈਲੂਨ ਤੋਂ ਬਾਹਰ ਨਿਕਲਦੇ ਸਾਰ ਤੁਸੀਂ ਮਹਿਸੂਸ ਕਰੋਗੇ ਥੋੜਾ ਜ਼ਿਆਦਾ ਖੂਬਸੂਰਤ, ਥੋੜਾ ਹੋਰ ਜ਼ਿਆਦਾ ਕੌਨਫੀਡੈਂਟ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਮਨਵੀਰ ਸਿੰਘ ਤੇ ਮੈਂ ਬਰੈਂਪਟਨ ਤੋਂ ਮੂਵ ਹੋਇਆ ਸੀ ਵਿਨੀਪੈਗ ਤੇ ਮੈਂ ਸਰਚ ਕਰਦਾ ਸੀਗਾ ਬੈਸਟ ਹੇਅਰ ਸਲੂਨ ਇਨ ਵਿਨੀਪੈਗ ਤੇ ਮੈਨੂੰ ਪਹਿਲੇ ਨੰਬਰ ਤੇ ਆਇਆ ਆਰਜੇ ਹੇਅਰ ਸਲੂਨ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਤਰੁਣ। ਮੈਂ ਤੁਹਾਨੂੰ ਰეკਮੈਂਡ ਕਰਾਂਗਾ ਕਿ ਆਰਜੇ ਹੇਅਰ ਸਲੂਨ ਤੇ ਆਓ ਤੇ ਇੱਥੇ ਤੁਹਾਨੂੰ ਆਪਣੇ ਹਰ ਤਰ੍ਹਾਂ ਦੀ ਹੇਅਰ ਸਟਾਈਲਿੰਗ ਔਰ ਬੀਅਰਡ ਸਟਾਈਲਿੰਗ ਮਿਲ ਜੇਗੀ। Hi, my name is Lindsay. I've been coming to RJ Hair Salon since they opened up 4 years ago and Jazz has always been fantastic with my hair. ਅਸੀਂ ਸਿਰਫ ਹੇਅਰ ਕੱਟ ਨਹੀਂ ਕਰਦੇ ਬਲਕਿ ਤੁਹਾਡੀ ਖੂਬਸੂਰਤੀ ਸੰਵਾਰਦੇ ਹਾਂ ਕਿਉਂਕਿ ਸਾਡਾ ਮੰਨਣਾ ਹੈ ਜਦੋਂ ਤੁਸੀਂ ਖੁਦ ਨੂੰ ਚੰਗੇ ਲੱਗਦੇ ਹੋ ਤਾਂ ਤੁਹਾਨੂੰ ਸਭ ਚੰਗਾ ਲੱਗਦਾ ਹੈ। Your own saloon, your own style. ਤਾਂ ਇਸ ਨਾਲ ਹੀ ਸਾਡੀ ਅਨਦਰ RJ ਹੇਅਰ ਸਲੂਨ ਦੀ ਬ੍ਰਾਂਚ ਓਪਨ ਹੋ ਰਹੀ ਹੈ ਜਿਹਦੀ ਕਿ ਲੋਕੇਸ਼ਨ ਆ 601 ਮਨਰੋ ਐਵੇਨਿਊ। ਤਾਂ ਤੁਸੀਂ ਉੱਥੇ ਵੀ ਜ਼ਰੂਰ ਵਿਜ਼ਿਟ ਕਰ ਸਕਦੇ ਹੋ। ਈਸਟ ਦੇ ਵਿੱਚ ਰਹਿੰਦੇ ਕਸਟਮਰਸ ਲਈ ਨੇੜੇ ਆ ਤੇ ਸਾਡਾ ਕੰਟੈਕਟ ਨੰਬਰ ਆ 2049988959। ਆਪਣੇ ਵਾਲਾਂ ਦੀ ਸਕਿਨ ਨੂੰ ਦਿਓ ਇੱਕ ਨਵੀਂ ਪਹਿਚਾਨ। ਅੱਜ ਹੀ ਕਾਲ ਕਰੋ ਜਾਂ ਵਿਜ਼ਿਟ ਕਰੋ RJ ਹੇਅਰ ਸੈਲੂਨ। ਜਦੋਂ US ਅਤੇ ਕੈਨੇਡਾ ਵਿਚਕਾਰ ਸਰਹੱਦ ਪਾਰ ਸ਼ਿਪਿੰਗ ਦੀ ਗੱਲ ਆਉਂਦੀ ਹੈ ਤਾਂ ਤੁਹਾਨੂੰ ਲੋੜ ਹੈ ਅਜਿਹੀ ਕੰਪਨੀ ਦੀ ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜਿਸ ਕੋਲ ਕੰਮ ਨੂੰ ਸਹੀ ਢੰਗ ਨਾਲ ਕਰਨ ਲਈ ਅਨੁਭਵ, ਮੁਹਾਰਤ ਅਤੇ ਸਰੋਤ ਹੋਣ। ਤੁਹਾਨੂੰ ਲੋੜ ਹੈ 4 ਟਰੈਕਸ ਦੀ। ਉੱਤਰੀ ਅਮਰੀਕਾ ਵਿੱਚ ਪ੍ਰਮੁੱਖ ਕ੍ਰਾਸ ਬਾਰਡਰ ਟਰੱਕਿੰਗ ਲਈ ਸਭ ਤੋਂ ਭਰੋਸੇਮੰਦ ਅਤੇ ਤਜਰਬੇਕਾਰ ਕੰਪਨੀ।
ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਫੂਡਟਰੈਕਸ, ਤੁਹਾਡੀ ਆਪਣੀ ਨਾਰਥ ਅਮਰੀਕਾ ਵਾਈਡ ਕੰਪਨੀ। ਫੂਡਟਰੈਕਸ ਤੁਹਾਨੂੰ ਪ੍ਰੋਵਾਈਡ ਕਰਦੀ ਹੈ ਕੈਨੇਡਾ ਵਾਈਡ ਅਤੇ ਕ੍ਰਾਸ ਬਾਰਡਰ ਟਰਾਂਸਪੋਰਟ ਸਰਵਿਸਿਜ਼, ਜਿੱਥੇ ਕਿ ਡੈਡੀਕੇਟਿਡ ਰਨਸ ਕੈਲੀਫੋਰਨੀਆ ਤੇ ਟੈਕਸਸ ਦੇ ਨਾਲ ਕੈਨੇਡਾ ਵਾਈਡ ਫਲੈਕਸੀਬਲ ਵਰਕ ਵੀ ਪ੍ਰੋਵਾਈਡ ਕੀਤਾ ਜਾਂਦਾ ਹੈ। ਸਾਡੀ ਡਿਸਪੈਚ ਟੀਮ ਕੰਜ਼ਿਊਮਰ ਅਤੇ ਕਸਟਮਰ ਦੋਨਾਂ ਲਈ ਹੀ 24 ਆਵਰ ਕੰਮ ਕਰਦੀ ਹੈ ਅਤੇ ਇਸੇ ਦੇ ਨਾਲ ਹੀ 24 ਆਵਰ ਰੋਡ ਸਾਈਡ ਅਸਿਸਟੈਂਸ ਸਾਡੇ ਡਰਾਈਵਰ ਵੀਰਾਂ ਵਾਸਤੇ ਉਪਲਬਧ ਕੀਤੀ ਜਾਂਦੀ ਹੈ, ਜਿੱਥੇ ਕਿ ਯਾਰਡ ਦੇ ਵਿੱਚ ਹੀ ਤੁਹਾਨੂੰ ਸਕੇਲ, ਕ੍ਰਾਸਟਾਕ ਅਤੇ ਫਿਊਲ ਸਟੇਸ਼ਨ ਦੀਆਂ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ ਹਨ। ਤੁਹਾਡਾ ਸਮਾਨ, ਪਿਆਰ ਤੇ ਵਿਸ਼ਵਾਸ ਕਿੰਨਾ ਜ਼ਿਆਦਾ ਕੀਮਤੀ ਹੈ, ਇਸ ਗੱਲ ਨੂੰ ਫੂਡਟਰੈਕਸ ਚੰਗੀ ਤਰ੍ਹਾਂ ਸਮਝਦਾ ਹੈ ਅਤੇ ਅਸੀਂ ਇਸ ਨੂੰ ਬਹੁਤ ਸਾਵਧਾਨੀ ਤੇ ਧਿਆਨ ਨਾਲ ਤੁਹਾਡੇ ਆਪਣਿਆਂ ਤੱਕ ਪਹੁੰਚਾਉਂਦੇ ਹਾਂ। ਸਾਡੀ ਆਧੁਨਿਕ ਟਰੈਕਿੰਗ ਟੈਕਨੋਲੋਜੀ ਦੀ ਮਦਦ ਨਾਲ ਤੁਸੀਂ ਆਪਣੀ ਸ਼ਿਪਮੈਂਟ ਨੂੰ ਟਰੈਕ ਕਰ ਸਕਦੇ ਹੋ। ਇਸ ਲਈ ਭਾਵੇਂ ਮੰਜ਼ਿਲ ਕਿੰਨੀ ਹੀ ਦੂਰ ਕਿਉਂ ਨਾ ਹੋਏ, ਫੂਡਟਰੈਕਸ ਤੁਹਾਡਾ ਪਿਆਰ ਤੁਹਾਡੇ ਆਪਣਿਆਂ ਤੱਕ ਪਹੁੰਚਾਉਣ ਲਈ ਹੈ ਹਮੇਸ਼ਾ ਤਿਆਰ। ਅੱਜ ਹੀ ਸਾਡੇ ਡਰਾਈਵਰਾਂ, ਵੇਅਰਹਾਊਸਾਂ ਅਤੇ ਲੌਜਿਸਟਿਕ ਮਾਹਿਰਾਂ ਦੇ ਵਿਆਪਕ ਨੈਟਵਰਕ ਨਾਲ ਜੁੜੋ ਤੇ ਆਪਣੇ ਕਾਰੋਬਾਰ ਨੂੰ ਉਚੇਰੇ ਪੱਧਰ ਤੇ ਲੈ ਜਾਓ। ਫੂਡਟਰੈਕਸ ਤੁਹਾਡਾ ਭਰੋਸਾ ਹਮੇਸ਼ਾ ਬਰਕਰਾਰ ਰੱਖਦੀ ਆਈ ਹੈ ਤੇ ਹਮੇਸ਼ਾ ਰੱਖੇਗੀ। ਹੋਰ ਜਾਣਨ ਲਈ ਅੱਜ ਹੀ ਸਾਡੇ ਨਾਲ ਸੰਪਰਕ ਕਰੋ। ਸੋ ਕੇਵਲ ਪੰਜਾਬੀ ਕਮਿਊਨਿਟੀ ਨਹੀਂ, ਇੱਥੇ ਹੋਰ ਵੀ ਬਹੁਤ ਸਾਰੀਆਂ ਕਮਿਊਨਿਟੀਜ਼ ਨੇ ਜਿਨ੍ਹਾਂ ਦੀਆਂ ਜੇ ਆਪਾਂ ਲੇਡੀਜ਼ ਦੀ ਗੱਲ ਕਰਦੇ ਹਾਂ, ਔਰਤਾਂ ਦੀ ਗੱਲ ਕਰਦੇ ਹਾਂ, ਉਹ ਕਾਮਯਾਬ ਔਰਤਾਂ ਜਿਹੜੀਆਂ ਇਸ ਇਕੱਠ ਦੇ ਵਿੱਚ ਅੱਜ ਹਿਊਮਨ ਰਾਈਟ ਮਿਊਜ਼ੀਅਮ ਦੇ ਵਿੱਚ ਅੱਜ ਇੱਥੇ ਪਹੁੰਚੀਆਂ ਨੇ। ਸੋ ਮੇਰੇ ਪਿੱਛੇ ਬਹੁਤ ਸਾਰੀਆਂ ਕਾਬਿਲ ਉਹ ਔਰਤਾਂ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰਨ ਦਾ ਯਤਨ ਕਰਾਂਗੇ, ਉਹ ਵੂਮੈਨਸ ਜਿਨ੍ਹਾਂ ਨੇ ਆਪਣਾ ਇੱਕ ਸਟੇਟਸ ਕਾਇਮ ਕੀਤਾ ਇਹਨਾਂ ਮੁਲਕਾਂ ਦੇ ਵਿੱਚ ਆ ਕੇ, 7 ਸਮੁੰਦਰੋਂ ਪਾਰ ਇੱਥੇ ਆਏ ਆ ਤੇ ਇੱਕ ਸਟੇਟਸ ਆਪਣਾ ਮੈਨੇਜ ਇੱਥੇ ਕੀਤਾ। ਸੋ ਪਹਿਲਾਂ ਤਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। सो क्या नाम है जी आपका? सादिया मरियम। कहाँ से हो? पाकिस्तान से। सो आज इंटरनेशनल वुमेंस डे का एक समूह यहाँ पर हम मना रहे हैं, सभी इकट्ठा हुए हैं। सो क्या लगता है कि अभी भी क्या औरत किन मुश्किलों का सामना कर रही है? अभी भी बिल्कुल कर रही है, बट मैं पंजाबी च बोलना। श्योर श्योर। मेरी साडी दादी खेतों तो लैके ਉੱਥੇ ਵੀ ਕੰਮ ਕਰਦੀਆਂ ਸੀ, ਉਹ ਵੀ ਔਰਤਾਂ ਸੀ। ਵਿਦਆਊਟ them there was nothing that was possible। ਟਰੂ ਕਿ ਨਹੀਂ? ਤੇ ਅੱਜ ਵੀ ਔਰਤਾਂ ਤੋਂ ਬਗੈਰ there is nothing that is possible। ਐਜ਼ ਜਿੱਦਾਂ ਸਾਡੀ ਪਰਫਾਰਮੈਂਸ ਦੇ ਵਿੱਚ ਸ਼ੋਅ ਕੀਤਾ ਗਿਆ ਕਿ we're made of the most closest rib, right? ਤੇ ਇਦਾਂ ਹੀ ਅਸੀਂ ਤੁਹਾਡੇ ਇਕੁਅਲ ਆ। Start recognizing that, start giving us the space। ਇਹ ਮੰਨਦੇ ਹੋ ਵੀ ਇੱਕ ਗੈਪ ਹੈ ਜਿਹੜਾ ਕਵਰ ਹੋਇਆ ਹੈ, ਜਿਹੜਾ ਕਿਤੇ ਨਾ ਕਿਤੇ ਪਹਿਲਾਂ ਮਰਦ ਪ੍ਰਧਾਨ ਸਮਾਜ ਰਿਹਾ, ਉਹ ਜਿਹੜਾ ਗੈਪ ਕਵਰ ਹੋਇਆ, ਕੀ ਮੰਨਦੇ ਹੋ ਤੁਸੀਂ? ਮੈਂ ਇਹ ਮੰਨਦੀ ਹਾਂ ਕਿ ਮਰਦ ਤੇ ਔਰਤ ਹਮੇਸ਼ਾ ਇਕੁਅਲ ਸੀਗੇ, ਇਕੁਅਲ ਰਹਿਣਗੇ। ਇਹ ਮਰਦਾਂ ਨੇ ਆਪਣੀ ਉન્નਤੀ ਵਾਸਤੇ ਔਰਤਾਂ ਨੂੰ ਪਿੱਛੇ ਕਰਤਾ ਆ। ਸਾਨੂੰ ਇਕੁਐਲਿਟੀ ਵਾਸਤੇ ਫਾਈਟ ਕਰਨ ਦੀ ਕੋਈ ਲੋੜ ਨਹੀਂ ਹੈਗੀ ਆ। ਅਸੀਂ ਇਕੁਅਲ ਨਹੀਂ ਹੈਗੇ, ਅਸੀਂ ਉਸ ਤੋਂ ਵੱਧ ਕੇ ਆ। ਪਰ ਸਾਹਮਣੇ ਵਾਲੇ ਨੂੰ ਇਹ ਦੱਸਣਾ ਕਿ ਸਾਨੂੰ ਇਕੁਅਲ ਮੰਨੋ, ਮੈਂ ਇਹਦੇ 'ਚ ਵਿਸ਼ਵਾਸ ਨਹੀਂ ਕਰਦੀ ਆ। ਇਹ ਸਾਹਮਣੇ ਵਾਲੇ ਮੰਨਣ ਚਾਹੇ ਨਾ ਮੰਨਣ, ਸਾਨੂੰ ਸਾਹਮਣੇ ਵਾਲੇ ਦੀ ਕੋਈ ਲੋੜ ਨਹੀਂ। ਵੀ ਆਰ ਇਨਫ ਐਜ਼ ਵਿਮਨ, ਵੀ ਆਰ ਇਨਫ। ਵੀ ਡੋਂਟ ਬਿਲਕੁਲ। ਸੋ ਵੀ ਆਰ ਇਨਫ ਇਹਨਾਂ ਨੇ ਗੱਲ ਕਹਿ ਦਿੱਤੀ ਆ ਵੀ ਵੀ ਆਰ ਇਨਫ, ਕਹਿੰਦੇ ਅਸੀਂ ਬਹੁਤ ਹਾਂ, ਕਿਉਂਕਿ ਔਰਤ ਇੰਨੀ ਸ਼ਕਤੀ ਰੱਖਦੀ ਆ ਆਪਣੇ ਆਪ ਦੇ ਵਿੱਚ ਕਿ ਆਪਣੇ ਆਪ ਦੇ ਵਿੱਚੋਂ ਇੱਕ ਮਰਦ ਪੈਦਾ ਕਰ ਸਕਦੀ ਆ। ਸੋ ਸਾਡੇ ਨਾਲ ਇੱਥੇ ਈਰਾਨ ਤੋਂ ਮੌਜੂਦ ਨੇ। ਹਾਈ। Hi. What's your name? My name is Zara. So we just heard that you complete your PhD. Yes, yes, that was. Congratulations. Thank you very much. I feel like embarrassed. Don't worry. So, what do you think about woman empowerment? There are more definition in this world today, but according to you, what is the correct definition for woman empowerment? I do believe as long as we, at some point in the world, we don't feel like that we have to empower women. That's women empowerment. Means during the history, we tried to suppress women, and now we are trying to compensate that suppression. So that's why we use women empowerment, because women don't need empowerment. Women are already powerful. So I hope that one day we don't use the woman empowerment, because we are powerful. We should be recognized. That's it. So what do you think about the woman's status in world today in this modern era? The gap between male and female is totally covered or not? There is something we can say it's still insist. So talking about research, because I'm a physician scientist,
you know, if we consider this word an ideal word, the stats shows that we will have 100 years to get to that point that the gender gap will be dissolved and men are equal to women. So that's why we have to kind of expedite this process, and we have to speak out more and more. So hopefully that 100 years that they are predicting that it will take about equality will be be expediting, but all of us around the world. So, but I want to say that I'm thankful that I'm in Canada, because Canada is one of the best countries that they are doing their best to make that situation happen. I'm coming from Iran, that I think you know that these days women are fighting for their rights. And we coming from Middle East, we have a lot of problem with that equality. So I want to be voice of Iranian women too, and say that we are trying to say to the world that we are powerful and we want to be seen to be here. So ਥੈਂਕ ਯੂ ਸੋ ਮਚ। ਸੋ ਇਹਨਾਂ ਨੇ ਕਿਹਾ ਵੀ ਆਰ ਪਾਵਰਫੁਲ। ਯੈਸ, ਜੇ ਆਪਾਂ ਗੱਲ ਕਰਦੇ ਹਾਂ ਇੱਥੇ ਵੂਮਨ ਐਮਪਾਵਰਮੈਂਟ ਦੀ, ਤਾਂ ਉਹਦੀ ਵੀ ਡੈਫੀਨੇਸ਼ਨ ਬਹੁਤ ਖੂਬ ਇਹਨਾਂ ਨੇ ਦਿੱਤੀ ਹੈ। ਇਹ ਗੱਲ ਸਾਨੂੰ ਕਹਿਣ ਦੀ ਲੋੜ ਨਹੀਂ ਹੈਗੀ ਕਿ ਵੂਮਨ ਐਮਪਾਵਰਮੈਂਟ ਇਹ ਸ਼ਬਦ ਅਸੀਂ ਨਾ ਵਰਤੀਏ, ਕਿਉਂਕਿ ਵੂਮਨ ਆਲਰੇਡੀ ਪਾਵਰ ਦੇ ਵਿੱਚ ਨੇ। ਇਹ ਵੀ ਗੱਲ ਕਹਿ ਦਿੱਤੀ ਜਾਂਦੀ ਹੈ ਕਿ ਇੱਕ ਸਕਸੈਸਫੁਲ ਮੈਨ ਦੇ ਪਿੱਛੇ ਇੱਕ ਵੂਮਨ ਦਾ ਹੱਥ ਹੁੰਦਾ। ਸੋ ਵਾਕਈ ਐਡੀ ਗੱਲ ਹੈ ਜੀ। वैसे मैं आपके बहुत सारे अच्छे अच्छे सवालों के जवाब भी सुन रही थी, पर उसमें भी मैं अपना भी कुछ ऐड करना चाहती हूँ। जी जी, क्योंकि ऐसा ना मेरा भी कुछ पॉइंट ऑफ व्यू जैसा मैं सोचती हूँ। मैं चाहता था कि हम इस पॉइंट पे आएँ, क्योंकि आप ऑर्गेनाइज़र टीम का हिस्सा हो। आपने एक बहुत बड़ा इवेंट ऑर्गेनाइज़ किया, वो इवेंट जहाँ पे एक काबिल, मैं बोलना चाहूँगा कि वो औरतें जिन्होंने एक स्टेटस कायम किया यहाँ पर आकर कनाडा में, 7 समुंदर पार हम यहाँ पे आए हैं। तो पहले तो आपका शुक्रिया कि आप इतना अच्छा इवेंट है जो कवर कर रहे हो, जिसमें हमें भी पहुँचने का मौका मिला है। तहे दिल से शुक्रिया। थैंक यू वेरी मच। वैसे आप देख रहे हैं सारे हमारे बोर्ड मेंबर्स हैं, इन सब का हमने एक टीम है हमारी, जो हम बहुत एक्चुअली मैं इस बात को बहुत ज़्यादा एक्सप्लेन नहीं करना चाहती, वो तो आपने खुद ही देख लिया है कि सब, उसके लिए आपकी भी बहुत बहुत थैंक यू। बट मैं ये ऐड करना चाहती थी कि आपने बोला कि आपने अभी आपको लग रहा है कि फीमेल्स कहाँ स्ट्रगल कर रही हैं। ओके, जो मेल्स हैं वो ये सोच के तो बहुत खुश हैं कि हम तो अपनी वाइफ को बाहर काम करने भेज रहे हैं, एंड हम तो बहुत मॉडर्न हो गए हैं, वो तो काम पे जाती है, मेरी वाइफ भी काम कर दी है। बट व्हाट आर यू डूइंग इन किचन? आर यू क्लीनिंग द डिशेज? आर यू मेकिंग फूड? ऐसा नहीं, 100% ऐसा लोग नहीं करते हैं। बहुत सारे मेंस हैं जो मतलब हेल्प कर रहे हैं वुमेन्स की। मैं कह रही हूँ मेजॉरिटी ऑफ पीपल लाइक फीमेल्स, हम तो साथ में लेके ही पैदा हुए थे कि हमें इमोशनल रहना है, हमें ससुराल को भी देखना है, हमें मायके को भी देखना है, हमें बच्चों को भी देखना है, हमें हस्बैंड को भी देखना है। हमारा कल्चर, यू नो, इट्स नॉट अबाउट द इंडियन कल्चर, इट्स नॉट द पाकिस्तानी कल्चर, इट्स अबाउट ऑल ओवर द वर्ल्ड, राइट? कि आपको फीमेल है, आप तो बने इसीलिए हैं, आपको तो बचपन से ही सीख दी जाती है। तो यस, हमें ऐसी सीख दी जाती है क्योंकि हम एक्स्ट्रा ऑर्डिनरी हैं। तो अगर हम इस मामले में आपके साथ 2 कदम आगे भी बढ़ जाते हैं तो रिकग्नाइज करें, हम मल्टीटास्किंग हैं, हम बाहर भी काम कर सकते हैं, हम घर को भी देख सकते हैं, बच्चों को भी देख सकते हैं, और हम हमारी जैसे वाइस प्रेसिडेंट आई हैं हमारी, हम इनकी बात भी मान सकते हैं। सो मैं इस बात को आपको ऐड करना चाहती थी। मेरे ख्याल से मैंने कवर कर दिया है काफ़ी कुछ। अच्छा, और आप दूसरी बात बोल रहे थे कि हर सक्सेसफुल मेल के पीछे एक फीमेल का हाथ है। पर आजकल मैं आपको बात कहना चाहती हूँ, बहुत सारी सक्सेसफुल फीमेल्स के पीछे भी मेंस का हाथ है। उसके लिए हम वेरी वेरी ग्रेटफुल, क्योंकि मैं ये नहीं कहना चाहती कि हम ग्रेटफुल नहीं, हम तो ऐसे ही थे, नो। क्योंकि अगर मैंने आपको क्या बोला, जैसे गुलामी बड़े सालों से हमारी रगों से नहीं गई है, वैसे भी ये चीज़ें हमारी रगों से जाएंगी, और मैं जाने देना चाहती भी नहीं। क्या लगता है कि वक्त लगेगा थोड़ा, या नहीं जाएगी नहीं कभी? वक्त तो बहुत लगेगा, वक्त बहुत लगेगा, पर ऐसा है हम आज भी अपनी बेटियों को और बेटों को ये डिपेंड करता है अपने आप को एजुकेट करने के लिए। पहले तो आपको जब अपनी बेटी और बहू में आपको फ़र्क छोड़ना पड़ेगा। जिस दिन आपने ये फ़र्क छोड़ दिया, आपने अपने आप ही एक अच्छे समाज को शुरू कर दिया। तो इसके लिए हमने किसी और को नहीं बोलना, हमें किसी और से, यू नो व्हाट, चैरिटी बिगिंस फ्रॉम होम। आप अगर मैंने अपनी बेटी और अपनी बहू में ये सोच दिया ना कि कौन सो रही है पहले और कौन लेट उठ रही है, वो सब मुझे छोड़ना होगा। मेरे हस्बैंड को ये छोड़ना होगा। अगर वो अपनी बेटी को वाकई में प्यार करते हैं तो उनको मेरे बाप की बेटी को भी प्यार करना होगा। ਬਹੁਤ ਸੋਹਣਾ ਸੁਨੇਹਾ ਇਹਨਾਂ ਨੇ ਦਿੱਤਾ ਕਿ ਧੀ ਤੇ ਇੱਕ ਨੂੰਹ ਵਾਲਾ ਜਿਹੜਾ ਫਰਕ ਹੈ ਉਹ ਮਿਟਾਉਣਾ ਪਵੇਗਾ ਜੇਕਰ ਚਾਹੁੰਦੇ ਹੋ ਵਾਕਈ ਕਿ ਜਿਹੜਾ ਸਮਾਜ ਹੈ ਉਹ ਅੱਗੇ ਵਧੇ। ਸੋ ਬਹੁਤ ਸਾਰੇ ਮੇਰੇ ਨਾਲ ਇੱਥੇ ਨੌਜਵਾਨ ਚਿਹਰੇ ਵੀ ਮੌਜੂਦ ਨੇ ਤੇ ਆਪਾਂ ਇਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਯਾ ਮੈਂ ਪਹਿਲਾਂ ਸਭ ਤੋਂ ਪਹਿਲਾਂ ਜਿਹੜੇ ਉਹਨਾਂ ਨੇ ਗੱਲ ਕੀਤੀ ਹੈ ਕਿ ਵੀ ਡਰ ਕੇ ਰਹਿੰਦੇ ਸੀ, ਤੁਸੀਂ ਪੁੱਛਿਆ, ਤਾਂ ਮੈਂ ਇਹ ਕਹਿੰਦੀ ਹਾਂ ਕਿ ਹੁਣ ਵੂਮਨ ਡਰ ਕੇ ਨਹੀਂ, ਡਟ ਕੇ
ਰਹਿੰਦੇ ਆ ਹਨਾ। ਦੂਜਾ ਜਿਹੜਾ ਤੁਸੀਂ ਕਿਹਾ ਗੈਪ ਵਾਲਾ, ਸੋ ਦੈਟ ਇਜ਼ ਲਾਈਕ ਮੇਕ ਅ ਬਿਗ ਡਿਫਰੈਂਸ ਨਾਓ। ਪਹਿਲਾਂ ਇਹ ਹੁੰਦਾ ਸੀ ਕਿ ਹਸਬੈਂਡ ਘਰੋਂ ਬਾਹਰ ਜਾ ਰਿਹਾ ਕੰਮ ਕਰਨ ਦੇ ਲਈ, ਲੇਡੀ ਘਰ ਰਹਿ ਰਹੀ ਹੈ। ਸੋ ਮੈਂ ਆਪਣੀ ਐਗਜ਼ਾਮਪਲ ਦਿੰਦੀ ਹਾਂ। ਆਈ ਐਮ ਫਰੋਮ ਵਿਕਟੋਰੀਆ BC, ਬਟ ਫॉर ਮਾਈ ਵਰਕ ਆਈ ਐਮ ਹੀਅਰ। So for my work, I went for 4 years in Turkey, and then I staying from last 5 years here. So gap is going. And ਤੀਸਰਾ question ਸੀ ਤੁਸੀਂ ਇਹਨਾਂ ਨੂੰ ਪੁੱਛਿਆ ਸੀ ਕਿ ਜਿਹੜਾ men they supporting. Yes, without their support we cannot do, because at the back I have a support of my husband, I have support of my both sons. So that is, so they are changing. They are changing. They are now in kitchen. They are behind us. They are our encouragement, but not everywhere. ਸੋ ਫਨੀ ਸਵਾਲ ਹੈ, ਫਿਰ ਉਹ ਖਾਣਾ ਵਧੀਆ ਬਣਾ ਲੈਂਦੇ ਆ? So yes, they can do. ਕਈ ਵਾਰ ਇਹ ਵੀ ਰਹਿ ਜਾਂਦਾ ਨਾ ਵੀ ਨਮਕ ਘੱਟ ਹੈ ਜਾਂ ਮਿਰਚ ਘੱਟ ਹੈ, ਕੋਈ ਇਦਾਂ ਦੀ ਗੱਲ ਤਾਂ ਨਹੀਂ? ਇਦਾਂ ਦੀ ਗੱਲ ਨਹੀਂ। ਐਕਚੁਅਲੀ ਇਹ ਹੈ ਕਿ ਐਟ ਲੀਸਟ ਇਫ they cannot cook for you, they can prepare. They onion cut, the preparation is there, garlic, everything is ready. The सीख रहे हैं। As you told, like हम इम्प्रूव कर रहे हैं, हमने इम्प्रूव किया है। हम उनको बड़े प्यार से मोल्ड कर रहे हैं। ਯੂ نو ਵਾਟ ਹੋਣਾ ਕੀ ਚਾਹੀਦਾ, ਜਿੱਦਾਂ ਤੁਸੀਂ ਸਾਨੂੰ ਪੁੱਛ ਰਹੇ ਹੋ ਨਾ ਕਿ ਇਹ ਗੈਪ ਦਾ ਕੀ ਆ, ਤੁਸੀਂ ਇਹ ਵਾਲੇ ਸਵਾਲ ਆਦਮੀਆਂ ਨੂੰ ਪੁੱਛੋ। ਆਦਮੀ ਉਹਨਾਂ ਤੱਕ ਵੀ ਜਾਵਾਂਗੇ। ਇਹ ਵਾਲੇ ਸਵਾਲ ਆਦਮੀਆਂ ਨੂੰ ਪੁੱਛਣੇ ਚਾਹੀਦੇ ਕਿ ਗੈਪ ਕਿੱਥੇ ਆ ਔਰਤਾਂ ਤੇ ਤੁਹਾਡੇ ਵਿੱਚ। ਜੀ ਨਹੀਂ, ਬਿਲਕੁਲ ਆਪਾਂ ਇਹ ਸਵਾਲ ਉਹਨਾਂ ਨੂੰ ਵੀ ਕਰਾਂਗੇ। ਸੋ ਇੱਥੇ ਆਪਾਂ ਮੌਜੂਦ ਹਾਂ। ਸੋ ਮੈਜੋਰਟੀ ਆਫ ਜੇ ਆਪਾਂ ਗੱਲ ਕਰਦੇ ਹਾਂ ਤਾਂ ਮੈਜੋਰਟੀ ਆਪਾਂ ਭਾਰਤ ਨੂੰ ਬਿਲੋਂਗ ਕਰਦੇ ਹਾਂ, ਉਹ ਮੁਲਕ ਜਿੱਥੇ ਕਿ ਬਹੁਤ ਸਾਰੀਆਂ ਸੱਭਿਅਤਾਵਾਂ ਕਹਿ ਦਈਏ, ਬਹੁਤ ਸਾਰੇ ਰਿਚੁਅਲਸ ਨੇ ਜਿਹੜੇ ਉਹ ਉੱਥੇ ਜੰਮੇ ਆ ਪਲੇ ਆ, ਹੈ ਨਾ। ਸੋ ਉੱਥੇ ਅੱਜ ਔਰਤ ਦੀ ਹੋਂਦ, ਕਿਉਂਕਿ ਆਪਾਂ ਇੱਥੇ ਵੈਸਟਰਨ ਜਿਹੜੀਆਂ ਕੰਟਰੀਜ਼ ਨੇ ਉਹਨਾਂ ਨੂੰ ਦੇਖ ਕੇ ਫੈਸਲਾ ਨਹੀਂ ਲੈ ਸਕਦੇ ਕਿਸੇ ਵੀ ਗੱਲ ਨੂੰ ਲੈ ਕੇ, ਹੈ ਨਾ। ਇੱਥੇ ਆਏ ਆ, ਇੱਥੇ ਚਲੋ ਸਾਨੂੰ ਬਹੁਤ ਸਾਰੇ ਹੱਕ ਮਿਲੇ ਆ। ਸੋ ਕੀ ਲੱਗਦਾ ਜਦੋਂ ਭਾਰਤ ਦੀ ਗੱਲ ਕਰਦੇ ਆ, ਪਿੱਛੇ ਦੀ ਗੱਲ ਕਰਦੇ ਆ ਸੀ ਕਿ ਉੱਥੇ ਵੀ ਸਾਰਾ ਕੁਝ ਸੇਮ ਹੈ ਜਾਂ ਉੱਥੇ ਬਹੁਤ ਕੁਝ ਇੱਥੋਂ ਨਾਲੋਂ ਡਿਫਰੈਂਟ ਆ? ਸੀ ਆਈ ਥਿੰਕ ਅਗੇਨ ਜਿੱਦਾਂ ਦੀਦੀ ਨੇ ਕਿਹਾ ਕਿ ਸਾਰਾ ਕੁਝ ਘਰੋਂ ਚੇਂਜ ਕਰਨ ਦੀ ਬਹੁਤ ਲੋੜ ਆ। ਜਿੱਦਾਂ ਆਪਾਂ ਕਹਿੰਦੇ ਨਾ ਮੈਂ ਆਪਣੀ ਵੋਟੀ ਨੂੰ ਕੰਮ ਕਰਨ ਦੇਣਾ ਜਾਂ ਮੈਂ ਆਪਣੀ ਕੁੜੀ ਨੂੰ ਕੰਮ ਕਰਨ ਦੇਣਾ, ਤੁਸੀਂ ਕੌਣ ਹੋ ਕਿਸੇ ਨੂੰ ਇਹ ਹੱਕ ਦੇਣ ਵਾਲੇ ਕਿ ਉਹ ਕੰਮ ਕਰੇ? ਉਹ ਉਹਦਾ ਹੱਕ ਹੈਗਾ ਆ। ਸਾਨੂੰ ਹੱਕ ਦੇਣ ਵਾਲੇ ਤੁਸੀਂ ਕੋਈ ਨਹੀਂ ਹੈਗੇ ਹੋ, ਉਹ ਸਾਡਾ ਹੱਕ ਹੈਗਾ। ਇਹ ਤੁਹਾਨੂੰ ਮੰਨਣ ਦੀ ਲੋੜ ਆ, ਸਾਨੂੰ ਪਤਾ ਆ, ਸਾਨੂੰ ਪਤਾ ਆ। ਤਾਂ ਹੀ ਮੈਂ ਇੱਥੇ ਰੱਖ ਹੱਕ ਮਿਲ ਰਿਹਾ, ਕਿਉਂਕਿ ਹੱਕ ਹੁਣ ਆਲਰੇਡੀ ਮਿਲ ਰਿਹਾ ਨਾ। ਜਦੋਂ ਉਹਨਾਂ ਨੇ ਕਹਿ ਦਿੱਤਾ ਕਿ ਤੜਕੇ ਲੱਗ ਰਹੇ ਆ ਤਾਂ ਹੱਕ ਤਾਂ ਮਿਲ ਰਿਹਾ। ये हक नहीं है, ये बड़ी एक रिक्वेस्ट है, ये प्यार की रिक्वेस्ट है। जैसे आजकल आप देखोगे कोई बेटे बेटियों में फ़र्क नहीं करता, तो ये मेरा बड़ा प्यारा सा एक संदेश है। ऐसा नहीं है हम यहाँ पे सक्सेसफुल खड़े हैं, परमात्मा की बड़ी दया है। आप में से हम में से कोई भी ऐसा बंदा नहीं जो कि स्ट्रगलिंग कर रहा है। नो, वी आर लाइक गुड। सो वी आर वेरी थैंकफुल टू अवर फैमिली, सोसाइटी एंड मेल सोसाइटी। यू नो व्हाट, मैं जिस फील्ड में काम करती हूँ उसमें मुझे बहुत सारे मेल्स, ऐसा लोग कहते हैं नू तो मेल डोमिनेटिंग है, ऐसा बिल्कुल भी नहीं है। हमारे अपने साथ में जो को रियल्टर्स है, जो व्हाटएवर हमारी ब्रोकर है, बहुत हेल्प करते हैं। तो मैं ऑनेस्टली बताऊँ, मैंने ना ऐसा अपने पहले मायके में देखा कि कोई लड़के लड़कियों में फर्क हो, ना शादी के बाद देखा। ਇੱਕ ਮੇਨ ਗੱਲ ਹੈ ਕਿ देयर इज अ सेइंग, practice makes a man perfect. When they said what about women, she borns perfect. ਬਿਲਕੁਲ ਵੂਮਨਸ ਜਿਹੜੀਆਂ ਨੇ ਬੌਰਨ ਪਰਫੈਕਟ ਇਹਨਾਂ ਨੇ ਗੱਲ ਕੀਤੀ ਹੈ। ਸੋ ਇੱਥੇ ਯੰਗਸਟਰਸ ਵੀ ਸਾਡੇ ਨਾਲ ਨੇ। ਸਤਿ ਸ਼੍ਰੀ ਅਕਾਲ ਜੀ। सत श्रीकाल। ਸੋ ਕਹਿੰਦੇ ਸਟੱਡੀ ਕੀਤੀ ਹੋਈ ਹੈ ਸਾਰੀ? हाँ जी, वुमेन्स एंड जेंडर स्टडीज में किया है, तो ये तो मेरा फोर्टे है। तो क्या सीखने को मिला वहाँ पे आपको स्टडी में? आई थिंक सही बात बोलूँ तो ऐसा कुछ नया नहीं सीखा मैंने, एंड इट्स वियर्ड आई एम सेइंग इट बिकॉज ट्यूशन फीस में इतने पैसे मैंने खर्च कर दिए। आई थिंक यहाँ की यूथ, हम लोग ना कभी कभी सोचते हैं कि जो फेमिनिज्म है वो वेस्ट ने ईस्ट को दिया है। द फैक्ट ऑफ द मैटर इज़ कि आजकल अब आई एम एजुकेटिंग माई सेल्फ अ लॉट अबाउट माई ओन कल्चर, एंड मैं खुद सोच रही हूँ दैट हमारे कल्चर में शिव एंड शक्ति दोनों को एक समान देखा गया है। शिव शक्ति के बिना अधूरा है, शक्ति शिव के बिना अधूरा है। एंड द थिंग इज, अगर हमें हमारे पुराने टाइम से ये बात सिखाई गई है कि द लॉर्ड हिमसेल्फ कंसिडर्स हिज वाइफ टू बी हिज स्ट्रेंथ, शक्ति, मतलब ये है कि अगर हमारे भगवान जो चीज़ फॉलो कर रहे हैं ना, तो आई थिंक वी आर मेयर ह्यूमन बीइंग्स, कि हमें कभी कभी ऐसा गलत फहमी, इवन एज वुमेन वी समटाइम्स फील कि हम ये चीज़ नहीं कर सकते, मे बी दिस इज़ नॉट फॉर अस। फेमिनिज्म बोलो, शक्तिज्म, शैविज्म, वट एवर इट इज़, हमें यही चीज़ सिखाती है कि हमारी सोसाइटी में एक बैलेंस, जो संतुलन होता है ना, वो बनाना बहुत ज़रूरी है। और जब भी ये संतुलन, ये बैलेंस बिगड़ता है
यू नो, तो शक्ति काली में बदलने में ज़्यादा टाइम नहीं लेती है। ਸੋ ਇਹਨਾਂ ਨੇ ਗੱਲ ਕੀਤੀ ਹੈ। ਸੋ ਇੱਕ ਆਖਰੀ ਸਵਾਲ ਹੈ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ, ਕੀ ਲੱਗਦਾ ਤੁਹਾਨੂੰ ਵੀ ਕਿਤੇ ਨਾ ਕਿਤੇ ਜਿਹੜਾ ਮਰਦ ਹੈ ਉਹ ਵੀ ਬਹੁਤ ਕੁਝ ਸਹਿਣ ਕਰਦਾ ਹੈ, ਕਿਤੇ ਨਾ ਕਿਤੇ ਮਰਦ ਹੈ ਉਹ ਵੀ ਡੋਮੈਸਟਿਕ ਵਾਇਲੈਂਸ ਦਾ ਸ਼ਿਕਾਰ ਹੁੰਦਾ ਹੈ, ਮਰਦ ਨੂੰ ਵੀ ਬਹੁਤ ਕੁਝ ਸਹਿਣਾ ਪੈਂਦਾ, ਕੀ ਇਹ ਗੱਲ ਵਾਕਈ ਸੱਚ ਹੈ? 100% आपकी बात से मैं 100% आपकी बात से सहमत हूँ। आई एम नॉट सेइंग मेरा ब्रदर या मेरा कोई क्लोज फ्रेंड ऐसा हुआ, नॉर्मल मैं लोगों को देखती हूँ ऐसे। हम भी फीमेल्स को बहुत क्लोजली जानते हैं, हमारे कई दोस्त हैं जो 10-10 साल से हमारी दोस्त हैं या 5 साल से दोस्त हैं, तो हम जानते होते हैं इनके बेसिक क्या है, हम ये समझ सकते हैं कि वो अपने हस्बैंड के, और ऐसे ही सेम मैं अपने ब्रदर के बारे में ही सोच सकती हूँ कि मेरा भाई किसी के साथ क्या कर सकता है। सो ऐसा नहीं है। कई बार जैसे मेल्स किसी बात का नाजायज़ फ़ायदा उठाते हैं, ऐसे फीमेल्स भी नाजायज़ फ़ायदा उठाती हैं, तो इसके लिए मैं 100% एग्री करती हूँ, क्योंकि ये माइंड सेट है, आप कुछ रोक नहीं सकते। मेल्स का भी माइंड सेट हो सकता है, फीमेल्स का भी। तो मैं आपकी इस बात को बिल्कुल मानती हूँ कि कई बार मेल्स जो इनोसेंट होते हैं, जैसे फीमेल्स इनोसेंट होती हैं, वो डोमेस्टिक वायलेंस की शिकार होती हैं, ऐसे ही मेल्स भी होते हैं। तो इसके लिए मैं जो भी हमारा शो सुन रहे हो, मैं सारी फीमेल से रिक्वेस्ट करती हूँ, एक तो ये बेचारा बनना बंद करें, मैं की करा मैं तो कुड़ियाँ तो थोड़ी फिर तुझे दूजे हक ना मंगो, फिर जो कुड़ियाँ तो फिर कुड़ी बन के ही रहो, लोगों की गल्ला सुनो। एंड अगर आपको अपना हक चाहिए तो आपको अपने हक के लिए मेहनत करनी है, आपको अपने हस्बैंड को, परिवार को कंधे से कंधा लगा के सपोर्ट भी करनी है। आपको वैसे तो राइट चाहिए, अपने राइट लो ना, राइट के क्या मना है, राइट तो तुम्हारे हाथ में है। कहते हैं खुद ही को कर बुलंद इतना, खुदा बंदे से पूछे बता तेरी रजा क्या है। तो आपने खुद अपने आप को सॉलिड बनाना है। तो इसलिए जितने भी लोग सुन रहे हैं, फीमेल्स खासकर, यू आर नॉट बेचारियाँ, आप सब कुछ कर सकते हो। आपको अपने इस कंफर्ट जोन से बाहर निकलना पड़ेगा, टीवी छोड़ के काम की तरफ ध्यान देना पड़ेगा। जिसको इंग्लिश नहीं आती है उनको क्लासेस लेनी पड़ेंगी। थैंक यू वेरी मच। ਸੋ ਬਹੁਤ ਸ਼ੁਕਰੀਆ ਤੁਸੀਂ ਸਭ ਨੇ ਸਾਡੇ ਨਾਲ ਜਿਹੜੀ ਗੱਲਬਾਤ ਕੀਤੀ। ਸੋ ਮੇਲ ਵੀ ਸਾਡੇ ਨਾਲ ਮੌਜੂਦ ਨੇ ਜੀ, ਮੇਲ ਵੀ ਆ ਗਿਆ ਹੈ। ਏਵਾ ਉਹਦਾ ਮੇਲ ਆ ਜੀ, ਹਾਂਜੀ, ਤੇ ਇਹ ਸਾਡੇ ਬੜੀ ਸਪੋਰਟ ਕਰਦੇ ਨੇ, ਸਾਡੀ ਸਾਰੀ ਲੇਡੀਜ਼ ਦੀ ਇਹ ਸੁਣਦੇ ਨੇ। ਅੱਜ ਇਹਨਾਂ ਨੇ ਪਰਫਾਰਮ ਨਹੀਂ ਕੀਤਾ ਪਰ ਆਪਣੀ ਵਾਈਫ ਨੂੰ ਭੇਜ ਦਿੱਤਾ ਸੀਗਾ ਪਰਫਾਰਮ ਕਰਨ ਵਾਸਤੇ। ਨਰਿੰਦਰ ਕਾਲਗੜ ਜੀ, ਨੈਕਸਟ ਟਾਈਮ ਤੁਹਾਨੂੰ ਵੀ ਪਰਫਾਰਮ ਕਰਨਾ ਚਲੋ ਕਰਾਂਗੇ ਨੈਕਸਟ ਟਾਈਮ। ਹਾਂਜੀ, ਮੈਂ ਤਾਂ ਜ਼ਿਆਦਾ ਇਹਨਾਂ 'ਚ ਨਾ ਐਡਵਰਟਾਈਜ਼ ਵਗੈਰਾ 'ਚ ਹੋਰ ਕੁਝ ਕੰਮਾਂ 'ਚ ਜਿਹੜਾ ਮੇਪਲ 'ਚੋਂ ਲਿਆਉਣਾ ਹੁੰਦਾ ਹੈ, ਰੇਡੀਓ ਤੇ ਜਾਈਦਾ ਪ੍ਰੋਗਰਾਮ ਉਹ ਕਰੀਦਾ ਹੁੰਦਾ, ਸਪੋਰਟ ਕਰਦੇ ਸੀ। ਸੋ ਇੱਥੇ ਗੱਲ ਹੋ ਕੇ ਹਟੀ ਆ ਹੁਣੇ ਵੂਮਨ ਐਮਪਾਵਰਮੈਂਟ ਦੀ। ਇੱਥੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਆਪਾਂ ਵੂਮਨਸ ਦੇ ਨਾਲ ਕੀਤੀਆਂ ਨੇ। ਸੋ ਗੱਲ ਇਹੀ ਨਿਕਲੀ ਹੈ, ਸਾਹਮਣੇ ਆਈ ਹੈ ਕਿ ਘਰਾਂ ਤੋਂ ਸਭ ਕੁਝ ਸ਼ੁਰੂ ਹੁੰਦਾ, ਘਰਾਂ ਤੋਂ ਆਜ਼ਾਦੀ ਦਿੱਤੀ ਜਾਂਦੀ ਹੈ, ਘਰਾਂ ਤੋਂ ਹੀ ਜਿਹੜਾ ਇੱਕ ਵਿਸ਼ਵਾਸ ਬਿਲਡ ਹੁੰਦਾ ਹੈ ਵੂਮਨ ਤੇ ਮੈਨ ਦੇ ਵਿੱਚ। ਸੋ ਅੱਜ ਕੀ ਲੱਗਦਾ ਤੁਸੀਂ ਐਜ਼ ਅ ਮੇਲ ਕੀ ਮਹਿਸੂਸ ਕਰਦੇ ਹੋ ਕਿ ਅੱਜ ਦੀ ਔਰਤ ਇਸ ਵਰਲਡ ਦੇ ਵਿੱਚ, ਇਸ ਮਾਡਰਨ ਇਰਾ ਦੇ ਵਿੱਚ ਕਿੱਥੇ ਕੁ ਖੜੀ ਆ? ਦੇਖੋ, ਜਦੋਂ ਤੁਸੀਂ ਪਬਲਿਕ ਪਲੇਸਿਸ ਤੇ ਦੇਖਦੇ ਆ ਨਾ, ਉੱਥੇ ਠੀਕ ਆ, ਘਰੇ ਅਜੇ ਵੀ ਪ੍ਰੋਬਲਮ ਉਹੋ ਦੀਆਂ ਉਹ ਖੜੀਆਂ ਹੈਗੀਆਂ, ਸਪੈਸ਼ਲੀ ਏਸ਼ੀਅਨਸ ਕਲਚਰ ਵਿੱਚ। ਠੀਕ ਆ, ਇਹਦੇ ਲਈ ਹੋਰ ਬਹੁਤ ਜ਼ਿਆਦਾ ਕੰਮ ਕਰਨ ਦੀ ਲੋੜ ਹੈਗੀ ਆ। ਪਰ ਉਹਦੇ 'ਚ ਮੇਨ ਚੀਜ਼ ਹੈਗਾ ਵੀ ਇਸ ਤਰ੍ਹਾਂ ਦੀ ਅਵੇਅਰਨੈਸ ਨਾਲ ਜਦੋਂ ਤੁਹਾਨੂੰ ਉਤਸ਼ਾਹ ਮਿਲਦਾ ਹੈਗਾ, ਆਪਣੀਆਂ ਲੇਡੀਜ਼ ਜਿਹੜੀਆਂ ਹੈਗੀਆਂ, ਡਾਟਰਸ ਹੈਗੀਆਂ, ਮਦਰਸ ਹੈਗੀਆਂ, ਵਾਈਫਸ ਹੈਗੀਆਂ, ਉਹ ਅੱਗੇ ਆਉਂਦੀਆਂ ਤੇ ਆਪਣੇ ਇੰਪ੍ਰੈਸਿਵ ਐਕਸਪ੍ਰੈਸਿਵ ਪੁਆਇੰਟ ਆਫ ਵਿਊ ਤੋਂ ਦੱਸਦੀਆਂ ਜੋ ਕੁਝ ਉਹਨਾਂ ਨੂੰ ਚਾਹੀਦਾ ਹੈ ਜੀ। ਸੋ ਥੈਂਕ ਯੂ ਸੋ ਮਚ, ਤੁਸੀਂ ਸਾਡੇ ਨਾਲ ਜਿਹੜੀ ਗੱਲਬਾਤ ਕੀਤੀ ਹੈ। ਸੋ ਆਪਾਂ ਇੱਥੇ ਵੂਮਨਸ ਦੇ ਨਾਲ ਵੀ ਗੱਲਬਾਤ ਕੀਤੀ ਹੈ, ਮੈਨਸ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਤੇ ਉਹਨਾਂ ਤੋਂ ਜਾਣਦੇ ਹਾਂ ਕਿ ਇੰਟਰਨੈਸ਼ਨਲ ਵੂਮਨਸ ਡੇ ਦੇ ਉੱਤੇ, ਅਜੇ ਸੈਲੀਬ੍ਰੇਸ਼ਨ ਦੇ ਉੱਤੇ ਉਹਨਾਂ ਦਾ ਪੁਆਇੰਟ ਆਫ ਵਿਊ ਕੀ ਹੈ। Said that over the years 30 women had sat at the tables of decision making, and over the years 400 men had sat at the tables. Until the numbers are equal, women will not have the influence in life that they need. Women have to support each other, women have to learn from each other, and women have to celebrate each other. Yeah. So the last question, sir, on this International Women's Day, what is your message to the whole women? My message is celebrate women, support women, let women have opportunities for education, and let them have the opportunities to be the best that they can be. Thank you so much. So I was with the governor of Manitoba. She said that just support the governor. ਘੱਟ ਹੈ ਇੱਥੇ। ਥੈਂਕ ਯੂ ਸੋ ਮਚ। ਤੁਹਾਡੀਆਂ ਗੱਡੀਆਂ ਲਈ ਕਿਸੇ ਵੀ ਤਰ੍ਹਾਂ ਦੀ ਮੁਰੰਮਤ ਜਾਂ 4 ਵੀਲਰ ਹੈਲਪਲਾਈਨ ਜੇਕਰ ਤੁਸੀਂ ਭਾਲ ਰਹੇ ਹੋ ਤਾਂ ਸੰਪਰਕ ਕਰੋ ਤੁਹਾਡੇ ਆਪਣੇ ਸ਼ਹਿਰ ਵਿਨੀਪੈਗ 'ਚ ਟਾਊਨ ਆਟੋ ਬਾਡੀ ਵਿਖੇ। ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਸ਼ਮਸ਼ੇਰ ਸਿੰਘ, ਟਾਊਨ ਆਟੋ ਬਾਡੀ ਤੋਂ। ਰੱਬ ਨਾ ਕਰੇ ਤੁਹਾਡੀ ਗੱਡੀ ਨੂੰ ਕੁਝ ਹੋ ਜਾਂਦਾ ਵਾ ਤੇ ਤੁਸੀਂ ਸਿੱਧਾ ਟਾਊਨ ਆਟੋ ਬਾਡੀ ਤੇ ਆਓ। ਅਸੀਂ ਇੱਥੇ
ਇਹ ਸਾਡੀ ਜਿਹੜੀ ਸ਼ਾਪ ਹੈਗੀ ਡਾਇਰੈਕਟ ਰਿਪੇਅਰ ਸ਼ਾਪ ਹੈਗੀ ਆ। ਅਸੀਂ ਆਪਣੇ ਆਪ ਹੀ ਐਮਪੀਏ ਨੂੰ ਕਾਲ ਕਰਕੇ ਤੁਹਾਡੀ ਗੱਡੀ ਦਾ ਕਲੇਮ ਖੋਲ ਦਿੰਦੇ ਹਾਂ ਤੇ ਤੁਹਾਡੀ ਗੱਡੀ ਦਾ ਐਸਟੀਮੇਟ ਬਣਾ ਕੇ ਐਮਪੀਏ ਨੂੰ ਭੇਜ ਦਿੰਦੇ ਆ। ਕੋਈ ਵੀ ਤੁਹਾਡੀ ਗੱਡੀ ਤੇ ਸਕ੍ਰੈਚ ਡੈਂਟ ਜਾਂ ਕੋਈ ਤੁਹਾਡੀ ਗੱਡੀ ਦੇ ਕੋਈ ਸ਼ੀਸ਼ੇ ਤੋੜ ਗਿਆ ਵਾ, ਤੁਸੀਂ ਸਾਨੂੰ ਕਾਲ ਕਰੋ, ਅਸੀਂ ਆਪਣੇ ਆਪ ਹੀ ਗਲਾਸ ਕਲੇਮ ਖੋਲ ਲੈਂਦੇ। ਇਹ ਸ਼ਾਪ ਜਿਹੜੀ ਆ ਇਹ ਐਮਪੀਏ ਦੀ ਕ੍ਰੈਡਿਟਡ ਸ਼ਾਪ ਹੈਗੀ ਆ ਵਾ। ਅਸੀਂ ਸਿੱਧੀ ਡਾਇਰੈਕਟ ਬਿਲਿੰਗ ਕਰਦੇ ਹਾਂ ਐਮਪੀਏ ਨੂੰ। ਇੱਥੇ ਅਸੀਂ ਆਪ ਹੀ ਗਲਾਸ ਕਲੇਮ ਵੀ ਖੋਲ੍ਹਦੇ ਨੇ। ਤੁਹਾਨੂੰ ਗਲਾਸ ਕਲੇਮ ਖੋਲ੍ਹਣ ਦੀ ਫੋਨ ਦੀ ਲੋੜ ਨਹੀਂ ਹੈਗੀ। ਅਸੀਂ ਆਪਣੇ ਆਪ ਇੱਥੇ ਗਲਾਸ ਕਲੇਮ ਖੋਲ੍ਹਦੇ। ਜਦੋਂ ਤੱਕ ਤੁਹਾਡੀ ਗੱਡੀ ਇੱਥੇ ਸ਼ਾਪ 'ਤੇ ਰਹੂਗੀ ਉਦੋਂ ਤੱਕ ਅਸੀਂ ਕਾਰ ਰੈਂਟਲ ਵੀ ਦੇਵਾਂਗੇ। ਵੈਨ ਆ, ਟਰੱਕ, SUV ਕੋਈ ਵੀ ਤੁਹਾਨੂੰ ਕਾਰ ਰੈਂਟਲ ਵੀ ਚਾਹੀਦੀ ਹੋਈ ਅਸੀਂ ਕਾਰ ਰੈਂਟਲ ਵੀ ਤੁਹਾਨੂੰ ਦੇਵਾਂਗੇ। ਆਪਣੀ ਸ਼ਾਪ ਲੋਕੇਸ਼ਨ ਹੈਗੀ ਆ 64 ਸਾਲਟਰ ਸਟਰੀਟ ਵਿਨੀਪੈਗ ਦੇ ਵਿੱਚ। ਜਿਵੇਂ ਤੁਹਾਨੂੰ ਪਤਾ ਹੀ ਹੈ ਸਨੋ ਆ ਰਹੀ ਹੈ ਵਿਨੀਪੈਗ ਦੇ ਵਿੱਚ, ਉਵੇਂ ਤੁਹਾਡੇ ਲਈ ਅਸੀਂ ਵਿੰਟਰ ਟਾਇਰ ਪ੍ਰੋਗਰਾਮ ਲੈ ਕੇ ਆਏ। ਐਮਪੀਏ ਦਾ ਵਿੰਟਰ ਟਾਇਰ ਪ੍ਰੋਗਰਾਮ ਆ, ਉਹਦੇ ਵਿੱਚ $2000 ਤੱਕ ਤੁਹਾਨੂੰ ਐਮਪੀ ਹੀ ਲੋਨ ਦਿੰਦੀ ਆ। ਵਿੰਟਰ ਟਾਇਰ ਪ੍ਰੋਗਰਾਮ ਵਿੱਚ ਅਲੋਏ ਵੀਲਸ, ਟਾਇਰ ਅਲਾਈਨਮੈਂਟ ਤੁਸੀਂ ਕਰਵਾ ਸਕਦੇ ਹੋ। ਕੋਈ ਵੀ ਤੁਹਾਨੂੰ ਜਾਣਕਾਰੀ ਦੀ ਲੋੜ ਆ ਤੁਸੀਂ ਸਾਨੂੰ ਜਦੋਂ ਮਰਜ਼ੀ ਫੋਨ ਕਰ ਲਓ 2044211300 ਤੇ, ਜਾਂ ਤੁਸੀਂ ਸਾਡੀ ਵੈਬਸਾਈਟ ਤੇ ਜਾ ਲਓ www.townautobody.ca। ਉਹਦੇ ਵਿੱਚ ਤੁਸੀਂ 24/7 ਲਾਈਵ ਚੈਟ ਤੁਸੀਂ ਏਜੰਟ ਦੇ ਨਾਲ ਕਰ ਸਕਦੇ ਹੋ। ਥੈਂਕ ਯੂ। ਹਾਂਜੀ, ਸਤਿ ਸ੍ਰੀ ਅਕਾਲ ਜੀ। ਮੇਰੀ ਗੱਡੀ ਦਾ ਇੱਥੇ ਇੱਕ ਡੈਂਟ ਜਿਹਾ ਪੈ ਗਿਆ ਸੀਗਾ। ਉਸ ਤੋਂ ਬਾਅਦ ਮੈਂ ਇਹਨਾਂ ਕੋਲ ਟਾਊਨ ਆਟੋਬੋਡੀ ਵਾਲਿਆਂ ਕੋਲ ਆਇਆ ਤੇ MPI ਤੋਂ ਕਲੇਮ ਲੈਣ ਤੋਂ ਬਾਅਦ ਇਹਨਾਂ ਕੋਲ ਗੱਡੀ ਆਪਾਂ ਨੇ ਰੱਖ ਦਿੱਤੀ ਤੇ ਥੋੜੀ ਦਿਨਾਂ ਦੇ ਵਿੱਚ ਇਹਨਾਂ ਨੇ ਗੱਡੀ ਮੇਰੀ ਪੂਰੀ ਚੰਗੀ ਤਰ੍ਹਾਂ ਮੁਕੰਮਲ ਕਰਕੇ ਸਹੀ ਕਰਕੇ ਦੇ ਦਿੱਤੀ ਹੈ ਤੇ ਨਾਲ ਦੀ ਨਾਲ ਇਹਨਾਂ ਨੇ ਗੱਡੀ ਦੀ ਮੇਰੀ ਦੀ ਡਿਟੇਲਿੰਗ ਵੀ ਕਰਤੀ, ਧੋਤੀ ਤੇ ਗੱਡੀ ਪੂਰੀ ਲਿਸ਼ਕਾਤੀ ਤੇ ਬਹੁਤ ਵਧੀਆ ਜਿਹੜੀ ਆ ਕਸਟਮਰ ਸਰਵਿਸ ਵੀ ਦਿੰਦੇ ਨੇ। ਤੇ ਜੇਕਰ ਤੁਹਾਨੂੰ ਉਸ ਟਾਈਮ ਤੇ ਜੇਕਰ ਤੁਹਾਡੀ ਗੱਡੀ ਖਰਾਬ ਹੋਈ ਹੈ ਤੇ ਕੋਈ ਰੈਂਟਲ ਗੱਡੀ ਤੁਸੀਂ ਚਲਾਉਣ ਨੂੰ ਲੈਣੀ ਹੈ ਤੇ ਉਹ ਵੀ ਜਿਹੜੀ ਹੈ ਤੁਹਾਨੂੰ ਪ੍ਰੋਵਾਈਡ ਕਰ ਦਿੰਦੇ ਨੇ। ਮੈਂ ਤੁਹਾਨੂੰ ਹਾਈਲੀ ਰਿਕਮੈਂਡ ਕਰਾਂਗਾ ਵਿਨੀਪੈਗ ਏਰੀਆ ਦੇ ਵਿੱਚ ਜਾਂ ਤੁਸੀਂ ਕਿਸੇ ਹੋਰ ਲਾਗ ਪਾਸ ਦੇ ਏਰੀਆ ਦੇ ਵਿੱਚ ਤੁਹਾਡੀ ਗੱਡੀ ਆ ਖਰਾਬ ਹੁੰਦੀ ਹੈ, ਤੁਸੀਂ ਇਹਨਾਂ ਕੋਲ ਪਹੁੰਚੋ ਤੇ ਬਹੁਤ ਹੀ ਵਧੀਆ ਸਰਵਿਸ ਤੇ ਜਲਦੀ ਜਿਹੜੀ ਤੁਹਾਨੂੰ ਆ ਤੁਹਾਡੀ ਗੱਡੀ ਚਲਦੀ ਕਰਕੇ ਦੇ ਦਿੰਦੇ ਨੇ। ਥੈਂਕ ਯੂ ਜੀ। ਸਰਵਿਸ ਦਾ ਲਾਭ ਉਠਾਉਣ ਲਈ ਹੁਣੇ ਕੰਟੈਕਟ ਕਰੋ ਟਾਊਨ ਆਟੋਬੋਡੀ 64 ਸੈਲਟਰ ਸਟਰੀਟ ਵਿਨੀਪੈਗ MB ਕੈਨੇਡਾ ਮੈਨੀਟੋਬਾ। ਸਾਡਾ ਕੰਟੈਕਟ ਨੰਬਰ ਹੈ +1204 421 1300। ਜਦੋਂ US ਅਤੇ ਕੈਨੇਡਾ ਵਿਚਕਾਰ ਸਰਹੱਦ ਪਾਰ ਸ਼ਿਪਿੰਗ ਦੀ ਗੱਲ ਆਉਂਦੀ ਹੈ ਤਾਂ ਤੁਹਾਨੂੰ ਲੋੜ ਹੈ ਅਜਿਹੀ ਕੰਪਨੀ ਦੀ ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜਿਸ ਕੋਲ ਕੰਮ ਨੂੰ ਸਹੀ ਢੰਗ ਨਾਲ ਕਰਨ ਲਈ ਅਨੁਭਵ, ਮੁਹਾਰਤ ਅਤੇ ਸਰੋਤ ਹੋਣ। ਤੁਹਾਨੂੰ ਲੋੜ ਹੈ ਫੋਰਟਰੈਕਸ ਦੀ। ਉੱਤਰੀ ਅਮਰੀਕਾ ਵਿੱਚ ਪ੍ਰਮੁੱਖ ਕ੍ਰਾਸ ਬਾਰਡਰ ਟਰੱਕਿੰਗ ਲਈ ਸਭ ਤੋਂ ਭਰੋਸੇਮੰਦ ਅਤੇ ਤਜਰਬੇਕਾਰ ਕੰਪਨੀ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਫੋਰਟਰੈਕਸ, ਤੁਹਾਡੀ ਆਪਣੀ ਨਾਰਥ ਅਮਰੀਕਾ ਵਾਈਡ ਕੰਪਨੀ। ਫੋਰਟਰੈਕਸ ਤੁਹਾਨੂੰ ਪ੍ਰੋਵਾਈਡ ਕਰਦੀ ਹੈ ਕੈਨੇਡਾ ਵਾਈਡ ਅਤੇ ਕ੍ਰਾਸ ਬਾਰਡਰ ਟਰਾਂਸਪੋਰਟ ਸਰਵਿਸਿਜ਼, ਜਿੱਥੇ ਕਿ ਡੈਡੀਕੇਟਿਡ ਰਨਸ ਕੈਲੀਫੋਰਨੀਆ ਤੇ ਟੈਕਸਸ ਦੇ ਨਾਲ ਕੈਨੇਡਾ ਵਾਈਡ ਫਲੈਕਸੀਬਲ ਵਰਕ ਵੀ ਪ੍ਰੋਵਾਈਡ ਕੀਤਾ ਜਾਂਦਾ ਹੈ। ਸਾਡੀ ਡਿਸਪੈਚ ਟੀਮ ਕੰਜ਼ਿਊਮਰ ਅਤੇ ਕਸਟਮਰ ਦੋਨਾਂ ਲਈ ਹੀ 24 ਆਵਰ ਕੰਮ ਕਰਦੀ ਹੈ ਅਤੇ ਇਸੇ ਦੇ ਨਾਲ ਹੀ 24 ਆਵਰ ਰੋਡ ਸਾਈਡ ਅਸਿਸਟੈਂਸ ਸਾਡੇ ਡਰਾਈਵਰ ਵੀਰਾਂ ਵਾਸਤੇ ਉਪਲਬਧ ਕੀਤੀ ਜਾਂਦੀ ਹੈ, ਜਿੱਥੇ ਕਿ ਯਾਰਡ ਦੇ ਵਿੱਚ ਹੀ ਤੁਹਾਨੂੰ ਸਕੇਲ, ਕ੍ਰਾਸਟਾਕ ਅਤੇ ਫਿਊਲ ਸਟੇਸ਼ਨ ਦੀਆਂ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ ਹਨ। ਤੁਹਾਡਾ ਸਮਾਨ, ਪਿਆਰ ਤੇ ਵਿਸ਼ਵਾਸ ਕਿੰਨਾ ਜ਼ਿਆਦਾ ਕੀਮਤੀ ਹੈ, ਇਸ ਗੱਲ ਨੂੰ ਫੋਰਟਰੈਕਸ ਚੰਗੀ ਤਰ੍ਹਾਂ ਸਮਝਦਾ ਹੈ ਅਤੇ ਅਸੀਂ ਇਸ ਨੂੰ ਬਹੁਤ ਸਾਵਧਾਨੀ ਤੇ ਧਿਆਨ ਨਾਲ ਤੁਹਾਡੇ ਆਪਣਿਆਂ ਤੱਕ ਪਹੁੰਚਾਉਂਦੇ ਹਾਂ। ਸਾਡੀ ਆਧੁਨਿਕ ਟਰੈਕਿੰਗ ਟੈਕਨੋਲੋਜੀ ਦੀ ਮਦਦ ਨਾਲ ਤੁਸੀਂ ਆਪਣੀ ਸ਼ਿਪਮੈਂਟ ਨੂੰ ਟਰੈਕ ਕਰ ਸਕਦੇ ਹੋ। ਇਸ ਲਈ ਭਾਵੇਂ ਮੰਜ਼ਿਲ ਕਿੰਨੀ ਹੀ ਦੂਰ ਕਿਉਂ ਨਾ ਹੋਏ, ਫੋਰਟਰੈਕਸ ਤੁਹਾਡਾ ਪਿਆਰ ਤੁਹਾਡੇ ਆਪਣਿਆਂ ਤੱਕ ਪਹੁੰਚਾਉਣ ਲਈ ਹੈ ਹਮੇਸ਼ਾ ਤਿਆਰ। ਅੱਜ ਹੀ ਸਾਡੇ ਡਰਾਈਵਰਾਂ, ਵੇਅਰਹਾਊਸਾਂ ਅਤੇ ਲੌਜਿਸਟਿਕ ਮਾਹਿਰਾਂ ਦੇ ਵਿਆਪਕ ਨੈਟਵਰਕ ਨਾਲ ਜੁੜੋ ਤੇ ਆਪਣੇ ਕਾਰੋਬਾਰ ਨੂੰ ਉਚੇਰੇ ਪੱਧਰ ਤੇ ਲੈ ਜਾਓ। ਫੋਰਟਰੈਕਸ ਤੁਹਾਡਾ ਭਰੋਸਾ ਹਮੇਸ਼ਾ ਬਰਕਰਾਰ ਰੱਖਦੀ ਆਈ ਹੈ ਤੇ ਹਮੇਸ਼ਾ ਰੱਖੇਗੀ। ਹੋਰ ਜਾਣਨ ਲਈ ਅੱਜ ਹੀ ਸਾਡੇ ਨਾਲ ਸੰਪਰਕ ਕਰੋ।